ਜਿੱਥੇ ਮਾੜੀ ਜੀ ਗੱਲ ਹੋਊਗੀ ਮਿੱਧ ਕੇ ਰੱਖ ਦੂੰ ਖਾਲਿਸਤਾਨ ਜਿਹੜਾ ਕਹੂਗਾ। ਆ ਜੈਜ਼ੀ ਬੀ ਹੁਣ ਆਇਆ ਸੀ ਕੱਲ, ਕਹਿ ਕੇ ਜਾਂਦਾ ਸਟੇਜ ਤੇ ਮੈਂ ਖਾਲਿਸਤਾਨ ਦੀ ਮੰਗ ਮੱਖ ਰੰਗਦਾ। ਜੇ ਹਿੰਮਤ ਸੀਗੀ ਕਿਉਂ ਨਹੀਂ ਬੋਲ ਕੇ ਗਿਆ? ਮੇਰੀ ਇਲੈਕਸ਼ਨ 4 ਸਾਲ ਬਾਅਦ ਆ ਜਾਓ, ਜਿਹਨੇ ਮੈਨੂੰ ਹਰਾਉਣ ਆਉਣਾ ਹੋਊਗਾ ਲਾ ਲਿਓ, ਉਦੋਂ ਜ਼ੋਰ ਜਿਹਨੇ ਲਾਉਣਾ ਹੋਊਗਾ। 3 ਵਾਰ ਲੜ ਚੁੱਕੇ ਆ, ਉਸ ਵੇਲੇ ਆ ਜਾਇਆ ਕਰੋ। ਆ ਕਮੈਂਟ ਜਿਹਾ ਨਾਲ ਕੀ ਫਰਕ ਪੈਂਦਾ? ਅਣਦੇਖਿਆ ਕਿਉਂ ਕੀਤਾ ਗਿਆ ਇਹ ਸਭ ਚੀਜ਼ ਨੂੰ? ਕਿਉਂਕਿ ਇਹ ਲੋਕਾਂ ਦਾ ਸਵਾਲ ਹੈ ਜੀ। ਲੋਕਾਂ ਨੂੰ ਹੁਣ ਸਭ ਕੁਝ ਪਤਾ ਗਾ, ਫੋਟੋਆਂ ਆ ਰਹੀਆਂ ਗਈਆਂ ਬਾਹਰ। ਅਣਦੇਖਿਆ ਤਾਂ ਕੀਤਾ ਗਿਆ, ਤਾਂ ਤੁਸੀਂ ਮੰਨਦੇ ਹੋ? ਨਹੀਂ ਨਹੀਂ, ਪੰਜਾਬ ਦੇ ਵਿੱਚ ਵੀ ਕੇਂਦਰ ਦੀ ਸਰਕਾਰ ਆ, ਪੰਜਾਬ ਦਾ ਤਾਂ ਬਸ ਨਾਮ ਦੀ ਆ ਕਾਂਗਰਸ। ਕभी ਉਦੋਂ ਬੇਦੋਸ਼ੇ ਵੀ ਬਹੁਤ ਮਾਰੇ ਗਏ। ਇਹ ਚੀਜ਼ ਵੀ ਆ। ਬੇਦੋਸ਼ੀਆਂ ਵਾਲੀ ਗੱਲ ਕਰਨ ਵਾਲੇ ਹੋਰ ਹੋਣਗੇ। ਮੈਂ ਬੇਦੋਸ਼ੀਆਂ ਵਾਲੀ ਗੱਲ ਦੇ ਵਿੱਚ ਮੈਨੂੰ ਕਿਉਂ ਇਨਵੋਲਵ ਕਰਦੇ ਹੋ? ਮੈਂ ਕਦ ਕਹਿਣਾ ਬੇਦੋਸ਼ੇ ਮਾਰੇ ਆ? ਪਰ ਤੁਸੀਂ ਸਾਰਾ ਟੱਬਰ ਕਿੱਥੇ ਬੈਠੇ ਹੋ? ਕਿਉਂ ਨਹੀਂ ਆਪਣੇ ਬਾਦਲ ਪਿੰਡ ਘਰ ਦੇ ਬਾਹਰ ਹੀ ਨਿਕਲ ਕੇ ਬਹਿ ਜਾਓ? ਪਤਾ ਤਾਂ ਲੱਗੇ। ਆਮ ਆਦਮੀ ਵਾਲੇ ਭਗਵੰਤ ਮਾਨ ਇੱਥੇ ਕੇਜਰੀਵਾਲ ਦੇ ਘਰ ਦੇ ਬਾਹਰ ਹੀ ਬਹਿ ਜੇ, ਨਿਕਲੇ ਤਾਂ ਸਹੀ ਕਿਤੇ। ਆਪਾਂ ਕਿਉਂ ਆਪਣੇ ਆਪ ਨੂੰ ਛੋਟਾ ਕਰੀਏ ਰਾਹੁਲ ਗਾਂਧੀ ਨਾਲ ਮਿਲਾ ਕੇ ਆਪਣੇ ਜਥੇਬੰਦੀਆਂ ਨੂੰ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਤੁਹਾਡਾ ਦੋਸਤ ਰਤਨਦੀਪ ਸਿੰਘ ਢਾਲੀਵਾਲ। ਪੰਜਾਬ ਦੀ ਜੇ ਆਪਾਂ ਗੱਲ ਕਰਦੇ ਹਾਂ, ਕਿਸਾਨੀ ਲਹਿਰ ਉੱਠੀ ਪੰਜਾਬ ਦੇ ਵਿੱਚੋਂ ਤੇ ਹੁਣ ਆ ਚੜੀ ਹੈ ਦਿੱਲੀ ਦੀ ਹਿੱਕ ਉੱਤੇ। ਪਰ ਪੰਜਾਬ ਦੇ ਦਿੱਲੀ ਦੇ ਧਰਨਿਆਂ ਦੀ ਗੱਲ ਕਰਦੇ ਹਾਂ, ਦਿੱਲੀ ਦੇ ਬਾਰਡਰਾਂ ਦੇ ਉੱਤੇ ਗਾਜ਼ੀਆਬਾਦ, ਸਿੰਘੂ ਦੀ ਗੱਲ ਕਰ ਲਓ, ਟਿੱਕਰੀ ਦੀ ਗੱਲ ਕਰ ਲਓ, ਕਿਸਾਨ ਬੈਠੇ ਨੇ, ਜਥੇਬੰਦੀਆਂ ਵਾਲੇ ਬੈਠੇ ਨੇ, ਤੇ ਬੜੇ ਐਸੇ ਲੋਕ ਵੀ ਉਹਨਾਂ ਦੇ ਨਾਲ ਆ ਗਏ ਜੋ ਲੰਬੇ ਟਾਈਮ ਤੋਂ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਸੀ। ਪਰ ਇੱਕ ਧਰਨਾ ਦਿੱਲੀ ਦੇ ਅੰਦਰ ਵੀ ਲੱਗਿਆ ਹੋਇਆ ਹੈਗਾ ਜੰਤਰ ਮੰਤਰ ਦੇ ਉੱਤੇ, ਜਿੱਥੇ ਪੰਜਾਬ ਦੇ MP ਵੀ ਬੈਠੇ ਨੇ, ਕਾਂਗਰਸ ਦੇ MP ਬੈਠੇ ਨੇ। ਰਵਨੀਤ ਸਿੰਘ ਬਿੱਟੂ ਆ ਸਾਡੇ ਨਾਲ ਹੋਣਗੇ, ਉਹਨਾਂ ਤੋਂ ਲੈਂਦੇ ਆ ਸਵਾਲ, ਤੇ ਉਹ ਸਵਾਲ ਹੋਣਗੇ ਆਮ ਜੋ ਲੋਕਾਂ ਦੇ ਸਵਾਲ ਨੇ। ਬਿੱਟੂ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਢਾਲੀਵਾਲ ਸਾਹਿਬ, ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਏ। ਪਰ ਮੈਂ ਲਗਾਤਾਰ 26-27 ਦਿਨ ਹੋ ਗਏ, ਕਿਉਂਕਿ ਉੱਥੇ ਸਾਨੂੰ ਤਾਂ ਜਾਣਾ ਮਨਾ ਹੈ। ਅਸੀਂ ਤੁਹਾਡੇ ਰਾਹੀਂ ਉੱਥੇ ਦੀ ਸੰਗਤ ਪੰਜਾਬ ਦਾ ਦਰਸ਼ਨ ਕਰ ਲੈਂਦੇ ਹਾਂ, ਤੇ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ। ਤੁਸੀਂ ਵੀ ਉਦੋਂ ਵੱਡਾ ਸੰਘਰਸ਼ ਲੜ ਰਹੇ ਹੋ, ਕਿਉਂਕਿ ਜੇ ਉਹਨਾਂ ਦੀਆਂ ਗੱਲਾਂ, ਆ ਜਿਹੜਾ ਗੋਦੀ ਮੀਡੀਆ, ਇਹ ਥੋਤੋਂ ਹੀ ਡਰਿਆ, ਥੋਤੋਂ ਹੀ ਭਜਾਇਆ ਨਹੀਂ। ਅੱਜ ਤੱਕ ਇਹ ਫੇਲ ਨਹੀਂ ਹੋਇਆ ਸੀ। ਇਹ ਤੁਹਾਡੇ ਹਥਿਆਰਾਂ ਤੋਂ ਹੀ ਫੇਲ ਹੋਇਆ। ਇਸ ਗੱਲ ਦੀ ਮੁਬਾਰਕਬਾਦ ਆ। ਬਿੱਟੂ ਜੀ, ਆਪਾਂ ਗੱਲ ਸ਼ੁਰੂ ਕਰਾਂਗੇ ਉਹ ਚਿੱਠੀ ਤੋਂ। ਕਾਹਨ ਸਿੰਘ ਪੰਨੂ ਦੀ ਇੱਕ ਚਿੱਠੀ ਦਾ ਬੜਾ ਜ਼ਿਕਰ ਆਉਂਦਾ ਗਾ ਵੀ ਪਹਿਲਾਂ ਡਸਟਬਿਨ 'ਚ ਸਿੱਟੀ ਗਈ ਤੇ ਫਿਰ ਉਹ ਚਿੱਠੀ ਚੱਕੀ ਗਈ। 1 ਸਾਲ ਪਹਿਲਾਂ ਸਾਰਾ ਕੁਝ ਪਤਾ ਲੱਗ ਗਿਆ ਸੀਗਾ। ਮਨਪ੍ਰੀਤ ਸਿੰਘ ਬਾਦਲ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀਗਾ। ਤੁਹਾਨੂੰ ਕੀ ਲੱਗਦਾ, ਕਿਤੇ ਨਾ ਕਿਤੇ ਤੁਸੀਂ ਵੀ ਰਾਜਨੀਤੀ ਖੇਡ ਰਹੀ ਆ ਕਾਂਗਰਸ ਪਾਰਟੀ, ਜਾਂ ED ਤੋਂ ਡਰਦੇ ਹੋ? ਕੀ ਚੱਕਰ ਆ, ਥੋੜ੍ਹਾ ਜਿਹਾ ਕਲੀਅਰ ਕਰ ਦਿਓ। ਮੈਂ 2-3 ਗੱਲਾਂ ਤੁਹਾਡੇ ਕੋਲ, ਮਤਲਬ ਆਪਾਂ ਸਿੱਧੀਆਂ, ਜਿਵੇਂ ਤੁਸੀਂ ਕਿਹਾ ਲੋਕਾਂ ਦੀ ਗੱਲ ਉਵੇਂ ਹੀ ਕਰਾਂਗੇ। ਆਖਰ ਜਿਹੜੇ ਇਹ ਪੋਲੀਟੀਕਲ ਬੰਦਾ ਵੀ ਕੋਈ ਹੋਵੇ, ਇਹ ਵੀ ਲੋਕਾਂ 'ਚੋਂ ਹੀ ਹੁੰਦਾ। ਜਦੋਂ 4 ਵੋਟਾਂ ਪੈ ਜਾਂਦੀਆਂ ਉਹ ਸਾਹਿਬ ਬਣ ਜਾਂਦਾ, MLA ਸਾਹਿਬ, MP ਸਾਹਿਬ ਬਣ ਜਾਂਦੇ ਆ। ਜਦੋਂ ਨਹੀਂ ਪੈਂਦੀਆਂ ਫਿਰ ਉਹ, ਇਸ ਕਰਕੇ ਕੋਈ ਕਿਸੇ 'ਚ ਫਰਕ ਨਹੀਂ ਗਾ ਜੀ। ਅਤੇ ਸਮਝ ਵੀ ਉਨੀ ਕੀ ਹੁੰਦੀ ਹੈ ਜਿੰਨੀ ਸਾਰਿਆਂ ਦੀ ਸਮਝ ਆ, ਇਹਨਾਂ ਦੀ ਕੋਈ ਜ਼ਿਆਦਾ ਨਹੀਂ ਹੋ ਜਾਂਦੀ। ਇੱਕ ਗੱਲ ਤਾਂ ਮੰਨੋ, ਕਿਸੇ ਨੂੰ ਕਦੇ ਇਹ ਸੁਪਨੇ 'ਚ ਵੀ ਨਹੀਂ ਸੀ। ਕਹਿੰਦੇ ਤਾਂ ਬਥੇਰਾ ਚਿਰਦੇ ਸੀ ਇਹ ਗੱਲਾਂ, ਕਈ ਚਿਰ ਤੋਂ ਹੀ ਕਹਿੰਦੇ ਸੀ ਵੀ ਇਹਨਾਂ ਨੂੰ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਕਈ ਸੀ, ਜਿਹੜਾ ਵੀ ਆਪਣਾ ਪਹਿਲਾਂ ਪਲੈਨਿੰਗ ਬੋਰਡ ਸੀ ਬੰਟੇਕ ਸਿੰਘ ਆਹਲੂਵਾਲੀਆ ਵਰਗੇ, ਉਦੋਂ ਬਾਅਦ ਇਹਨਾਂ ਨੇ ਹੁਣ ਨੀਤੀ ਆਯੋਗ ਬਣਾਤਾ। ਉਹ ਹਮੇਸ਼ਾ ਹੀ ਇਹ ਗੱਲ, ਹਮੇਸ਼ਾ ਜਿਹੜੀਆਂ ਵੀ ਰਿਪੋਰਟਾਂ ਆਉਂਦੀਆਂ ਸੀ ਉਹ 'ਚ ਕਰਦਾ ਸੀ। ਪਰ ਇਹਨਾਂ ਨੇ ਸ਼ਾਂਤਾ ਕੁਮਾਰ ਇੱਕ ਕਮੇਟੀ ਪਾਰਲੀਮੈਂਟ ਦੀ ਉਹ ਬਣਾਤੀ, ਜਿਹਨੇ ਇਹ ਗੱਲਾਂ ਕਹੀਆਂ ਵੀ ਇਹਨੂੰ ਵਾਈਂਡ ਅਪ ਕਰੋ। ਕਿਉਂਕਿ ਜਿਹੜਾ 6% ਕੁੱਲ ਖਰੀਦ ਹੁੰਦੀ ਆ ਦੇਸ਼ ਦੇ ਵਿੱਚ, ਉਹਦੇ ਵਿੱਚੋਂ ਸਮਝ ਲਓ ਵੀ 6 ਲੱਖ ਕਰੋੜ ਰੁਪਈਆ ਦੀ ਟੋਟਲ ਖਰੀਦ ਕਰਦੀ ਹੈ FCI, ਅਤੇ ਉਹਦਾ 'ਚੋਂ 80-90% ਜਿਹੜਾ ਆਪਣਾ ਪੰਜਾਬ ਹਰਿਆਣੇ ਦਾ ਉਹ ਪੈਸਾ ਜਿਹੜਾ ਖਰਚ ਹੁੰਦਾ। ਹੁਣ ਉਹ ਪੀੜ੍ਹੀ ਤਾਂ ਚਲੀ ਗਈ ਜਿਹਨੇ ਦੇਖਿਆ ਸੀ ਉਸ ਵੇਲੇ ਬਈ ਅੰਨਦਾਤਾ, ਜਦੋਂ ਸਾਰਾ ਦੇਸ਼ ਭੁੱਖਾ ਮਰਦਾ ਸੀ, ਉਦੋਂ ਪੰਜਾਬ ਨੇ ਅਨਾਜ ਮਤਲਬ ਆਪਣੀ ਗ੍ਰੀਨ ਰੈਵੂਲੇਸ਼ਨ ਕੁਛ ਸਾਲਾਂ 'ਚ, 3 ਸਾਲ ਦੇ ਵਿੱਚ ਹੀ ਦੇਸ਼ ਦਾ ਐਨ ਗੋਦਾਮ ਭਰਤੇ ਸੀ। ਢਿੱਡ ਭਰਨ ਤੋਂ ਬਾਅਦ ਗੋਦਾਮ ਵੀ ਭਰਤੇ ਸੀ। ਉਹ ਗੱਲਾਂ ਭੁੱਲ ਗਏ। ਹੁਣ ਇਹ ਸਿਰਫ ਇਸੇ ਗੱਲ ਤੇ ਵੀ ਕਿਵੇਂ ਇਹ ਪੈਸਾ ਹੈ ਜਿਹੜਾ ਦੇ ਨਹੀਂ ਹੁੰਦਾ ਸਾਤੋਂ, ਇਹ ਭਾਰ ਬਣਨ ਲੱਗ ਗਿਆ, ਇਹਨਾਂ ਨੂੰ ਹੌਲੀ ਹੌਲੀ ਦਿਖਣ ਲੱਗ ਗਿਆ। ਤੇ ਦੂਜੇ ਸੂਬੇ ਜਿਹੜੇ ਭੁੱਖਮਰੇ ਸੂਬੇ ਸੀਗੇ, ਉਹ ਸੂਬਿਆਂ ਦੀਆਂ ਸੀਟਾਂ ਵੀ ਵੱਧ ਹੋ ਗਈਆਂ, ਉਹਨਾਂ ਦਾ ਢਿੱਡ ਵੀ ਭਰ ਗਿਆ, ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਚੁਭਣ ਲੱਗ ਗਏ। ਹੁਣ 80 ਮੈਂਬਰ ਪਾਰਲੀਮੈਂਟ UP 'ਚੋਂ ਆ, ਐਂ
40 ਕਿਤੋਂ ਆ, 22 ਕਿਤੋਂ ਆ, ਆਪਣੇ 13 ਤੇ 9 ਮਿਲਾ ਕੇ ਮਸਾਂ 20 ਨਹੀਂ ਬਣਦੇ ਜੀ। ਤੇ ਇਸ ਕਰਕੇ ਇਹ ਸਾਰੇ ਐਮਪੀ ਇਹਨਾਂ ਦੇ ਸਟੇਟਾਂ ਦੇ ਆਈਐਸ ਅਫਸਰ ਜਿਹੜੇ ਸੈਕਟਰੀ ਲੈਵਲ ਤੇ ਬਹਿਣ ਲੱਗ ਗਏ, ਜਿਹੜੀ ਅਸਲੀਅਤ ਆ, ਤੇ ਸਾਰੇ ਬਿਉਂਤਬੰਦੀ ਇਹ ਬਣਾਉਣ ਲੱਗ ਗਏ ਵੀ ਇਸ ਗੱਲ ਦਾ ਹੁਣ ਇਹਨਾਂ ਨੂੰ ਕਿਵੇਂ, ਇਸ ਗੱਲ ਤੋਂ ਐਮਐਸਪੀ ਕਿਉਂ ਇਹਨਾਂ ਦੇ, ਸਾਡੇ ਕਿਉਂ ਨਹੀਂ ਐਮਐਸਪੀ ਆਂਧਰਾ 'ਚ, ਤਾਮਿਲਨਾਡੂ 'ਚ, ਇਹ ਇਹਨਾਂ ਨੂੰ ਅਸਲੀ ਗੱਲ ਆ ਜਿਹੜੀ ਸਾਰੇ ਮਗਰ ਜਿਹੜਾ ਪੰਜਾਬ ਦੇ ਪੈ ਗਏ। ਇਹ ਗੱਲ ਬਹੁਤ, ਜਦੋਂ ਅਸੀਂ, ਤੁਸੀਂ ਜਿਵੇਂ ਕਹਿੰਦੇ ਹੋ ਅਸੀਂ ਬਹਿਨੇ ਆ ਪਾਰਲੀਮੈਂਟ 'ਚ, ਸਾਨੂੰ ਇਹ ਗੱਲ ਬੜੇ ਚੰਗੀ ਤਰ੍ਹਾਂ ਪਤਾ, ਚੀਫ ਮਿਨਿਸਟਰ ਵੀ ਰਹੇ ਆ, ਤੇ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਏ ਉਹ ਵੀ ਬੀਜੇਪੀ ਦਾ ਅਲਾਇੰਸ ਪਾਰਟਨਰ ਬਣ ਗਿਆ, ਲਗਾਤਾਰ 10 ਸਾਲ ਤੋਂ 7 ਸਾਲ ਤੋਂ ਸਰਕਾਰ 'ਚ ਸੀਗਾ। ਤੇ ਇਹਨਾਂ ਨੇ ਕਿਹਾ ਵੀ ਕਾਂਗਰਸ ਜਿਹੜੀ ਓਪੋਜੀਸ਼ਨ, ਲੋਕਾਂ ਨੇ ਕੀ ਕੀਤਾ, ਅੱਗੇ ਓਪੋਜੀਸ਼ਨ ਮਾੜਾ ਮੋਟਾ ਰੋਲ ਪਲੇ ਕਰਦੀ ਸੀ ਚਾਹੇ ਕਾਂਗਰਸ ਸੀ, ਲੋਕਾਂ ਨੇ ਓਪੋਜੀਸ਼ਨ ਕਰਤੀ ਜਮਾ ਕਮਜ਼ੋਰ, ਓਪੋਜੀਸ਼ਨ ਲੀਡਰ ਹੀ ਨਹੀਂ ਬਣ ਰਿਹਾ 2 ਟਰਮਾਂ 'ਚੋਂ। ਇਹਨਾਂ ਦਾ ਐਸਾ ਮਤਲਬ ਰਾਜ ਆ ਗਿਆ, 370 ਤੋਂ ਉੱਤੇ ਇਹਨਾਂ ਦੇ ਐਮਪੀ, ਇਹਨਾਂ ਨੇ ਕਿਹਾ ਵੀ ਹੁਣ ਮੌਕਾ। ਚਿੱਠੀ ਦੀ ਗੱਲ ਤਾਂ ਛੱਡੋ, ਚਿੱਠੀ ਚੁੱਠੀਆਂ ਤਾਂ ਇਹ ਨਿਕਲਦੀਆਂ ਹੀ ਰਹਿੰਦੀਆਂ ਏ, ਪਰ ਆਹ ਕਰੋਨਾ ਨਹੀਂ ਪਤਾ ਸੀ ਆ ਜਾਊਗਾ ਕਿਸੇ ਨੂੰ ਵੀ, ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ। ਇਹਨਾਂ ਨੇ ਦੇਖਿਆ ਵੀ ਆਹ ਕਰੋਨਾ ਦੇ ਵਿੱਚ ਲੋਕ ਡਰੇ ਹੋਏ ਆ, ਸਹਿਮੇ ਹੋਏ ਆ। ਬੇਸ਼ੱਕ ਆਪਾਂ ਸਾਰੇ ਅਨਾਜ ਰੋਜ਼ ਦੀਆਂ 40 ਤੋਂ 50 ਟ੍ਰੇਨਾਂ ਰੋਜ਼ ਦੀਆਂ ਜਾਂਦੀਆਂ ਸੀ ਵੈਗਨਾਂ ਭਰ ਕੇ ਪੂਰੀਆਂ ਪੰਜਾਬ 'ਚੋਂ, ਤਾਂ ਸਾਰਾ ਦੇਸ਼ ਨੂੰ ਅਨਾਜ ਮਿਲਿਆ। ਪਰ ਇਹਨਾਂ ਨੇ ਉਹ ਸਮਾਂ ਦੇਖ ਕੇ, ਸਾਰਾ ਬੈਕਗਰਾਊਂਡ ਜਿਵੇਂ ਮੈਂ ਤੁਹਾਨੂੰ ਦੱਸਿਆ, ਸਮਾਂ ਦੇਖ ਕੇ ਐਨ ਸੱਟ ਮਾਰੀ, ਤੇ ਅਡਾਨੀ ਅਬਾਨੀ ਪਿੱਛੋਂ ਉਹ ਇਹਨਾਂ ਦੇ ਕੁਦਰਤੀ ਗਾਹਕ ਸੀਗੇ ਹੀ ਸੀਗੇ, ਇਹਨਾਂ ਦੇ ਦਲਾਲ ਸੀਗੇ ਹੀ ਸੀਗੇ। ਪਿਊਸ਼ ਗੋਇਲ ਖਜ਼ਾਨਚੀ ਹੈ, ਇਹਦਾ ਬਾਪ ਵੀ ਖਜ਼ਾਨਚੀ ਸੀ, ਉਹ ਅਰਬਾਂ ਰੁਪਈਆ ਦਿੰਦਾ ਰਿਹਾ। ਤੇ ਉਹਨਾਂ ਨੇ ਇਹ ਦੇਖਿਆ ਵੀ ਹੁਣ ਯਾਰ ਬਾਕੀ ਇੰਡਸਟਰੀ ਤਾਂ ਸਾਰੀ ਘਾਟੇ 'ਚ ਚਲੀ ਗਈ, ਇੱਕ ਫੂਡ ਇੰਡਸਟਰੀ ਆ, ਰਿਟੇਲ ਦੀ ਪਰਚੂਨ ਖੁਦਰਾ ਬਾਜ਼ਾਰ ਆ, ਇੱਕ 12,000 ਬਿਲੀਅਨ ਦਾ 12,000 ਬਿਲੀਅਨ ਦਾ ਬਾਜ਼ਾਰ ਆ, ਦੁਨੀਆ ਤੋਂ ਸਭ ਤੋਂ ਵੱਡਾ, ਕਿਉਂਕਿ ਆਬਾਦੀ ਦੇ ਹਿਸਾਬ ਨਾਲ ਆਪਣੇ ਦੇਸ਼ ਦਾ। ਉਹਦੇ ਉੱਤੇ ਇਹਨਾਂ ਨੇ ਕਬਜ਼ਾ ਕਰਨਾ ਸੀ। ਉਹ ਗੱਲ ਹੌਲੀ ਹੌਲੀ ਕਰ ਲਈ। ਉਹ 'ਚ ਮਨਪ੍ਰੀਤ ਕੁਛ ਕਰਦਾ, ਉਹ 'ਚ ਕੈਪਟਨ ਅਮਰਿੰਦਰ ਸਿੰਘ ਕਰਦਾ। ਉਹ ਤਾਂ ਅਸੀਂ ਹੁਣ ਪਾਰਲੀਮੈਂਟ 'ਚ ਬਥੇਰਾ ਜ਼ੋਰ ਲਾ ਲਿਆ ਐਮਪੀਆਂ ਨੇ, ਕੀ ਹੋਇਆ? ਨਹੀਂ ਬਿੱਟੂ ਸਾਹਿਬ, ਇਦਾਂ ਨਹੀਂ ਲੱਗਦਾ ਸੀ ਵੀ ਇਹ ਆਵਾਜ਼ ਆਪਾਂ ਨੂੰ ਪਹਿਲਾਂ ਉਠਾਉਣੀ ਚਾਹੀਦੀ ਸੀ, ਜਾਂ ਪਹਿਲਾਂ ਇੱਥੇ ਜੰਤਰ ਮੰਤਰ ਤੇ ਬੈਠ ਸਕਦੇ ਸੀ? ਤੁਸੀਂ 1 ਸਾਲ ਪਹਿਲਾਂ ਵੀ ਬੈਠ ਸਕਦੇ ਸੀ। ਅਕਸਰ ਨੂੰ ਪਾਵਰ ਦੇ ਵਿੱਚ ਆ ਸਰਕਾਰ, ਕਾਂਗਰਸ ਪਾਰਟੀ ਪਾਵਰ ਦੇ ਵਿੱਚ ਆ ਪੰਜਾਬ, ਸੀਐਮ ਸਾਹਿਬ ਟਾਈਮ ਵੀ ਨਹੀਂ ਮਿਲਦਾ, ਰਾਸ਼ਟਰਪਤੀ ਟਾਈਮ ਵੀ ਨਹੀਂ ਦੇ ਰਿਹਾ। ਇਹ ਉਹ ਬਾਅਦ 'ਚ ਆਉਣੇ ਆ। ਪਰ ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਧਾਲੀਵਾਲ ਸਾਹਿਬ, ਕਦੇ ਸੋਚਿਆ ਹੀ ਨਹੀਂ ਸੀ ਵੀ ਯਾਰ ਨਹੀਂ, ਪੰਜਾਬ ਅੰਨਦਾਤੇ ਨਾਲ ਕਿਵੇਂ ਧੱਕਾ ਕਰ ਲੈਣਗੇ। ਆਹ ਮਨ 'ਚ ਕਦੇ ਗੱਲ ਆਈਓ ਨਹੀਂ ਸੀ ਵੀ ਇਹ ਬਿਉਂਤਬੰਦੀ ਬਣੂ। ਬਾਅਦ ਤਾਂ ਪਤਾ ਲੱਗ ਗਿਆ, ਮਨਪ੍ਰੀਤ ਬਾਦਲ ਸਾਹਿਬ ਨੂੰ ਤਾਂ ਪਤਾ ਹੀ ਲੱਗਿਆ ਹੋਣਾਗਾ ਇਹ ਚੀਜ਼ ਦਾ, ਜਦੋਂ ਮੀਟਿੰਗ 'ਚ ਆਇਆਗਾ, ਮੀਟਿੰਗ 'ਚ ਆਏ ਨੇ, ਸੌਰੀ, ਅਣਦੇਖਿਆ ਕਿਉਂ ਕੀਤਾ ਗਿਆ ਇਹ ਸਭ ਚੀਜ਼ ਨੂੰ? ਕਿਉਂਕਿ ਇਹ ਲੋਕਾਂ ਦਾ ਸਵਾਲ ਹੈ ਜੀ, ਲੋਕਾਂ ਨੂੰ ਹੁਣ ਸਭ ਕੁਝ ਪਤਾਗਾ, ਫੋਟੋਆਂ ਆ ਰਹੀਆਂ ਗਈਆਂ ਬਾਹਰ, ਅਣਦੇਖਿਆ ਤਾਂ ਕੀਤਾ ਗਿਆ, ਤਾਂ ਤੁਸੀਂ ਮੰਨਦੇ ਹੋ? ਨਹੀਂ, ਆਪਾਂ ਤਾਂ ਮੈਨੂੰ ਨਹੀਂ ਇਹ ਗੱਲ ਪਤਾ। ਮੈਂ ਤਾਂ ਤੁਹਾਨੂੰ ਜਿਹੜੀ ਚੀਫ ਮਿਨਿਸਟਰ ਸਾਡੇ ਬਿਆਨ ਦਿੰਦੇ ਆ ਜੀ, ਉਹਨਾਂ ਦੇ ਮੂੰਹੋਂ ਇਹ ਗੱਲ ਕਹੀ ਆ ਵੀ ਪਹਿਲਾਂ ਪੰਜਾਬ ਨੂੰ ਪਾਇਆ ਹੀ ਨਹੀਂ ਕਮੇਟੀ 'ਚ, ਫਿਰ ਅਸੀਂ ਚਿੱਠੀ ਲਿਖੀ ਬਈ ਭਾਈ ਪੰਜਾਬ ਇਹ ਸਟੇਟ ਆ, ਸਭ ਤੋਂ ਵੱਧ ਉਹਦਾ ਸਟੇਕ ਆ, ਕਿਉਂ ਨਹੀਂ ਤੁਸੀਂ ਪੰਜਾਬ ਨੂੰ ਮੈਂਬਰ ਪਾਇਆ? ਫਿਰ ਉਹਨਾਂ ਨੇ ਮੈਂਬਰ ਪਾ ਲਿਆ। ਫਿਰ ਅਖੇ ਜਿਹੜੀ ਮੀਟਿੰਗ ਸੱਦੀ ਆ, ਇਹੀ ਸੀਐਮ ਸਾਹਿਬ ਦੀ, ਜਿਹੜੀ ਮੈਂ ਤਾਂ ਉਹ ਜਿਹੜੀ ਉਹਨਾਂ ਨੇ ਆਪ ਮੀਡੀਆ ਦੇ ਸਾਹਮਣੇ ਆਪਣੀ ਬੋਲ ਕੇ ਫੇਸਬੁੱਕ ਤੇ ਪਾਈ ਆ ਬਈ, ਫਿਰ ਉਹ ਕਹਿੰਦੇ ਇਹ ਤੇ ਫਾਈਨੈਂਸ ਦੇ ਉੱਤੇ ਅਸੀਂ ਜਵਾਬ ਤਲਬੀ ਕਰਨੀ ਆ, ਸੁਣਨਾ ਹੈ। ਤੇ ਮੈਂ ਕਿਹਾ ਵੀ ਮੈਂ ਉਹ 'ਚ ਕੀ ਕਰਨਾ, ਫਾਈਨੈਂਸ ਦਾ ਕੰਮ ਉਹ ਤਾਂ ਮਨਪ੍ਰੀਤ ਬਾਦਲ ਜਾਵੇ। ਤੇ ਉੱਥੇ ਸਾਰੇ ਉਹ ਵਾਧੇ ਘਾਟੇ ਕਰੀ ਗਏ ਨੇ ਵੀ ਕੀ ਕਿੰਨਾ ਪੈਸਾ ਹੈ, ਕਿੰਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਅੱਗ ਇਸੇ ਦੀ ਲੱਗੀ ਸੀ ਵੀ ਇੰਨੇ ਲੱਖ ਕਰੋੜ ਰੁਪਈਆ ਸਿਰਫ ਇਹਨਾਂ ਦੇ ਐਮਐਸਪੀ ਤੇ ਸਾਨੂੰ ਦੇਣਾ ਪੈਂਦਾ। ਉਹਨੇ ਆ ਕੇ ਜੋ ਗੱਲ ਦੱਸੀ ਹੋਣੀ ਆ ਸੀਐਮ ਨੇ ਉਹੀ ਦੱਸੀ। ਅਗਲੀ ਕਹਿੰਦੇ ਜੀ ਫਿਰ ਇਹਨਾਂ ਨੇ ਅਫਸਰ ਸੱਦ ਲਏ, ਅਫਸਰ ਸੱਦ ਕੇ ਉਹਦੇ ਵਿੱਚ ਕੋਈ ਏਜੰਡਾ ਹੀ ਨਹੀਂ ਲਿਆਂਦਾ ਵੀ ਲਿਆਉਣਾ ਜਾਂ ਨਹੀਂ ਲਿਆਉਣਾ, ਹੋਰ ਹੀ ਗੱਲਾਂ ਇੱਧਰ ਉੱਧਰ ਦੀਆਂ ਮਾਰੀ ਗਏ। ਤੇ ਉਹਨਾਂ ਨੇ ਲਿਆ ਕੇ ਸਿੱਧਾ, ਚਲੋ ਮੈਂ ਉਹ ਵੀ ਗੱਲ ਤੇ ਛੱਡਦਾ, ਮੈਂ ਕਹਿੰਦਾ ਵੀ ਜਦੋਂ ਪਾਰਲੀਮੈਂਟ 'ਚ ਹੀ ਆ ਗਿਆ, ਪਾਰਲੀਮੈਂਟ ਤਾਂ ਸਭ ਤੋਂ ਵੱਡੀ ਲੋਕਤੰਤਰ ਡੈਮੋਕ੍ਰੇਸੀ ਆ, ਉੱਥੇ ਅਸੀਂ ਰੋਕ ਥੱਕ ਗਏ। ਤੁਸੀਂ ਦੇਖੋ ਨਾ, ਜੇ ਉਹਨਾਂ ਨੇ ਰੋਕਣਾ ਹੁੰਦਾ, ਇੱਕ ਮੁੱਖ ਮੰਤਰੀ ਕਿਵੇਂ ਰੋਕ ਲੈਂਦਾ? ਜਦੋਂ ਅਸੀਂ ਸਾਰੀਆਂ ਓਪੋਜੀਸ਼ਨ ਪਾਰਟੀਆਂ, ਉਹਦੇ ਵਿੱਚ ਇਹਨਾਂ ਦਾ ਜਿਹੜਾ ਅਲਾਇੰਸ ਪਾਰਟਨਰ ਨੇ, ਉਹ 'ਚ ਤੁਹਾਡਾ ਹਨੂੰਮਨ ਬੈਨੀਵਾਲ ਜਿਹੜਾ ਹੁਣ 26 ਨੂੰ 2 ਲੱਖ ਬੰਦਾ ਲੈ ਕੇ ਆ ਰਿਹਾ, ਇਹਨਾਂ ਦਾ ਬੀਜੇਡੀ ਜਿਹੜੀ ਉੜੀਸਾ ਦੀ ਪਾਰਟੀ ਆ, ਇਹਨਾਂ ਨਾਲ ਅਲਾਇੰਸ ਆ, ਉਹਦਾ ਸਮਝੌਤਾ ਹੈ, ਉਹ ਉਸ ਗੱਲ ਤੇ ਗਲਤ ਇਹਨਾਂ ਦੇ ਉਲਟ ਬੋਲ ਗਿਆ। AIDMK ਤਾਮਿਲਨਾਡੂ ਦੀ ਉਹ ਪਾਰਟੀ ਇਹਨਾਂ ਨਾਲ ਅਲਾਇੰਸ ਪਾਰਟਨਰ, ਉਹ ਇਸ ਗੱਲ ਤੇ ਇਹਨਾਂ ਨਾਲ ਖੜੀ ਨਹੀਂ, ਜਵਾਬ ਦੇ ਗਿਆ। ਅਕਾਲੀ ਦਲ ਇਹਨਾਂ ਨੂੰ ਉਸ ਗੱਲ ਤੇ ਛੱਡ ਹੀ ਗਿਆ। ਆਪਾਂ ਦੇਖੋ ਨਾ ਵੀ ਇਹ ਕਿੰਨੇ ਐਰੋਗੈਂਟ ਹੋਏ ਸੀ। ਤੇ ਫਿਰ ਤੀਜੀ ਗੱਲ, ਸਭ ਤੋਂ ਪਹਿਲਾਂ ਮੀਟਿੰਗਾਂ ਦੀ ਗੱਲ ਛੱਡੋ, ਮੁੱਖ ਮੰਤਰੀ ਦੀ ਗੱਲ ਛੱਡੋ,
ਇਹਨਾਂ ਨੇ ਤਾਂ ਪਾਰਲੀਮੈਂਟ ਤੋਂ ਪਹਿਲਾਂ ਹੀ ਉਹ ਲਿਆ ਕੇ ਕੀ ਕਹਿੰਦੇ ਹੁੰਦੇ ਆ ਉਹਨੂੰ, ਜਿਹੜੇ 3 ਬਿੱਲ ਪਹਿਲਾਂ ਹੀ ਲਿਆ ਕੇ ਪਾਰਲੀਮੈਂਟ ਤੋਂ ਹੀ ਉਹ ਅਧਿਆਦੇਸ਼ ਉਹ ਲਿਆ ਕੇ ਉਹ ਜਾਰੀ ਕਰਤਾ ਸੀ ਇਹਨਾਂ ਨੇ ਤਾਂ। ਇਸ ਕਰਕੇ ਇਹ ਕਿਤੇ ਸੁਣਨ ਵਾਲੇ ਆ ਕਿਸੇ ਦੀ, ਇਹ RSS ਵਾਲੇ ਆ, ਖਾਕੀ ਨਿੱਖਰ ਵਾਲੇ। ਇਹ ਤਾਂ ਜੋ ਇਹਨਾਂ ਨੇ ਮਨ ਬਣਾਉਣਾ ਉਹ ਤੋਂ ਇਹ ਇੱਧਰ ਉੱਧਰ ਹੁੰਦੇ ਹੀ ਨਹੀਂਗੇ। ਬੜੇ ਲੋਕਾਂ ਦਾ ਬਿੱਟੂ ਸਾਹਿਬ ਇਹ ਵੀ ਕਹਿਣਾਗਾ ਵੀ ਪੰਜਾਬ ਦੇ ਵਿੱਚ ਨਾਮ ਦੀ ਸਰਕਾਰ ਆ ਕਾਂਗਰਸ ਦੀ, ਰਾਜ ਸਾਰਾ RSS ਦਾ ਚੱਲਦਾ ਜਾਂ DGP ਦੇ ਅੰਡਰ ਆ, ਕਿਉਂਕਿ DGP ਵੀ ਕੇਂਦਰ ਸਰਕਾਰ ਵੱਲੋਂ ਅਪਾਇੰਟ ਹੋਏ ਹੋਏ ਨੇ। ਇਹ ਤੇ ਵੀ ਦੱਸ ਦਿਓ, ਕਰ ਦਿਓ ਟਿੱਪਣੀ ਕੀ, ਕਿਉਂਕਿ ਕਰੋਨਾ ਦੇ ਪੀਰੀਅਡ ਦੇ ਵਿੱਚ ਜਾਂ ਹੁਣ ਵੀ ਇਦਾਂ ਹੀ ਇਹ ਆਮ ਲੋਕਾਂ ਦੇ ਕਮੈਂਟ ਆਉਂਦੇ ਰਹਿੰਦੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਪੰਜਾਬ ਦੇ ਵਿੱਚ ਵੀ ਕੇਂਦਰ ਦੀ ਸਰਕਾਰ ਆ, ਪੰਜਾਬ ਦਾ ਤਾਂ ਬਸ ਨਾਮ ਦੀ ਆ ਕਾਂਗਰਸ। ਚਲੋ ਮੈਂ ਤੁਹਾਨੂੰ ਆਪਣੇ 2 ਐਕਸਪੀਰੀਅੰਸ ਦੱਸ ਦਿੰਦਾ ਨਿੱਜੀ ਜੀ। ਆਪਣੇ ਦੱਸੂਗਾ, ਮੈਂ ਐਵੇਂ ਨਹੀਂ ਕਹਿੰਦਾ ਵੀ ਮੈਂ ਕੈਪਟਨ ਸਾਹਿਬ ਦਾ ਜਾਂ ਸਰਕਾਰ ਦਾ ਪੱਖ ਪੂਰਦਾ। ਜਿੱਦਣ ਅਸੀਂ ਪੀਯੂਸ਼ ਗੋਇਲ ਨੂੰ ਮਿਲਣ ਗਏ ਜੀ 7 ਤਰੀਕ ਨੂੰ, ਸਾਰੇ MP ਅੰਦਰ ਆ ਗਏ ਜੀ। ਉਹਨੇ ਘੰਟਾ ਕਹਿੰਦਾ, ਮੈਂ ਇੱਕ ਵੀ ਗੱਲ ਝੂਠ ਨਹੀਂ ਬੋਲੂੰਗਾ ਤੁਹਾਡੇ ਮੂਹਰੇ, ਇਸ ਵੇਲੇ ਸੰਘਰਸ਼ ਕਿਸਾਨਾਂ ਦਾ, ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ ਤੇ ਮੇਰੇ ਵੀ ਅੱਗੇ ਬੇਟਾ ਹੈ ਜਿਹਨੇ ਉਹੀ ਜ਼ਮੀਨ ਸਾਂਭਣੀ ਹੈ ਕੋਟਲੀ ਪਿੰਡ ਵਾਲੀ। ਇਹ ਕਹਿੰਦਾ ਤੁਹਾਡੇ ਇੱਕ ਵਾਰ ਮੋਦੀ ਜੋ ਗੱਲ ਕਹਿ ਦੇਵੇ, ਕਦੇ ਕਿਸੇ ਸੂਬੇ ਦੀ ਹਿੰਮਤ ਨਹੀਂ ਪਈ ਉਹਦੇ ਮੂਹਰੇ ਸਿਰ ਚੱਕਣ ਦੀ। ਕਹਿੰਦਾ ਤੁਹਾਡਾ ਮੁੱਖ ਮੰਤਰੀ, ਉਹਦੀ ਜ਼ਰੂਰਤ ਕਿਵੇਂ ਪੈ ਗਈ? ਕਹਿੰਦਾ ਕਿਵੇਂ ਪੰਪ ਬੰਦ ਹੋ ਗਏ ਸਾਡੇ ਅੰਬਾਨੀ ਅਡਾਨੀ ਦੇ, ਜਿਹੜਾ ਵੀ ਰਿਲਾਇੰਸ ਵਾਲੇ ਆ, ਕਿਵੇਂ ਕਹਿੰਦਾ ਟੋਲ ਬੰਦ ਹੋ ਗਏ ਸਾਡੇ ਨੈਸ਼ਨਲ ਹਾਈਵੇ ਦੇ, ਕਿਵੇਂ ਮਾਲ ਬੰਦ ਹੋ ਗਏ। ਕਹਿੰਦਾ ਇੱਕ ਕਿਵੇਂ ਸੋਚ ਤੁਸੀਂ ਕਿਵੇਂ ਸਕਦੇ ਹੋ? ਅੱਜ ਕਹਿੰਦਾ ਆ ਗਏ ਮੰਗਤੇ ਬਣ ਕੇ ਸਾਡੇ ਕੋਲ ਤੁਸੀਂ, ਕਿਉਂਕਿ ਅੱਜ ਤੁਹਾਡੀਆਂ ਟ੍ਰੇਨਾਂ ਬੰਦ ਹੋ ਗਈਆਂ, ਹੁਣ ਤੁਹਾਨੂੰ ਖਾਦ ਯੂਰੀਆ ਚਾਹੀਦੀ ਆ ਕਣਕ ਲਈ, ਹੁਣ ਤੁਹਾਡੇ ਪਾਵਰ ਪਲਾਂਟ ਬੰਦ ਹੋ ਜਾਣੇ, ਚੱਕ ਕੇ ਤੁਹਾਨੂੰ ਮੁੱਖ ਮੰਤਰੀ ਨੇ ਭੇਜਤਾ। ਹੁਣ ਇਹ ਕਹਿੰਦਾ ਦੇਖਿਓ ਤਾਂ ਸਹੀ ਤੁਹਾਡਾ ਬਣਾਉਂਦੇ ਕੀ ਆ ਸੀ ਤੁਸੀਂ। ਕਹਿੰਦਾ ਇੱਕ ਭੋਰਾ ਇੱਕ ਸਟੇਟ ਹੋ ਕੇ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਬਾਰੇ ਤੁਹਾਡਾ ਮੁੱਖ ਮੰਤਰੀ ਸਾਡੀ ਗੱਲ ਨਾ ਮੰਨੇ, ਕਿਉਂਕਿ ਇਹ ਰੋਜ਼ ਮੁੱਖ ਮੰਤਰੀ ਨੂੰ ਕਹਿੰਦੇ ਸੀ ਵੀ ਇਹ ਪੰਪ ਬੰਦ ਕਰਨ, ਰੋਕ ਦੱਬ ਇਸ ਐਜੀਟੇਸ਼ਨ ਨੂੰ। ਹਾਂ ਮੈਂ ਮੰਨ ਜਾਂਦਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਐਜੀਟੇਸ਼ਨ ਨੂੰ, ਜਦੋਂ ਕਿਸਾਨ ਉਦੋਂ ਤਾਂ ਥੋੜ੍ਹੀ ਗਿਣਤੀ 'ਚ ਬੈਠੇ ਸੀ, ਜਾਂ ਕੋਈ ਕਿਸੇ ਜ਼ਿਲ੍ਹੇ ਦਾ SSP ਕਹਿੰਦਾ ਭਾਈ ਤੁਸੀਂ ਉੱਠੋ ਪੰਪਾਂ ਤੋਂ, ਤੁਸੀਂ ਉੱਠੋ ਟੋਲ ਤੋਂ, ਮੈਂ ਤਾਂ ਮੈਂ ਤੁਹਾਡੀ ਗੱਲ ਮੰਨ ਜਾਂ ਹਾਂ ਵੀ ਇੱਕ ਜਗ੍ਹਾ ਵੀ ਕਿਤੇ ਹੋਇਆ ਹੋਵੇ, ਜਾਂ ਉਹਨੇ ਦਿੱਲੀ ਆਉਂਦੇ ਹੋਏ ਐਜੀਟੇਸ਼ਨ ਨੂੰ ਰੋਕਿਆ ਹੋਵੇ। ਦੂਜੀ ਗੱਲ, ਉਹ ਇਹ ਵੀ ਕਹਿ ਸਕਦਾ ਸੀ ਵੀ ਭਾਈ ਮੈਂ ਤੁਹਾਡੇ ਧਰਨੇ ਨਹੀਂ ਲੱਗਣ ਦੇਣੇ, ਮੇਰਾ MLA ਵਿੱਚ ਆ ਕੇ ਬੋਲੂਗਾ, SSP ਆ ਕੇ ਕਹਿ ਦਿੰਦਾ ਮੈਂ ਨਹੀਂ ਲੱਗਣ ਦਾ, ਚੱਕੋ ਏ ਮੇਰਾ ਪਾਰਟੀ ਦਾ ਪ੍ਰਧਾਨ ਕਾਂਗਰਸ ਦਾ ਬੈਠੂਗਾ ਇੱਥੇ ਆ ਕੇ। ਕਿਸੇ ਨੂੰ ਕਿਹਾ ਵੀ ਕੋਈ ਕਾਂਗਰਸ ਦਾ ਬੰਦਾ ਤੁਹਾਡੇ ਦਖਲ ਵੀ ਦਊਗਾ, ਕੋਈ ਸਰਕਾਰ ਦਾ ਬੰਦਾ ਕੋਈ ਦਖਲ ਵੀ ਦਊਗਾ? ਇਹਨਾਂ ਨੇ ਦਿਖਾਇਆ ਨਾ, ਸਰਕਾਰ ਰੋਕੀ ਬੈਠੇ ਆ ਨਾ ਇੱਥੇ ਆਪਾਂ ਨੂੰ। ਇਹੀ ਕੈਪਟਨ ਅਮਰਿੰਦਰ ਕਰ ਸਕਦਾ ਸੀ ਜੇ ਰਲਿਆ ਹੁੰਦਾ। ਪਰ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿੰਨੀ ਵਾਰ ਪ੍ਰਧਾਨ ਮੰਤਰੀ ਤੋਂ ਟਾਈਮ ਮੰਗਿਆ, ਓਪਨਲੀ ਮੰਗਿਆ, ਨਹੀਂ ਦਿੱਤਾ। ਰਾਸ਼ਟਰਪਤੀ ਤੋਂ ਅਸੀਂ ਸਾਰੇ MP MLA ਉਰੇ ਆ ਕੇ ਬੈਠੇ ਰਹੇ, ਜਲੀਲ ਹੋ ਕੇ 2 ਘੰਟੇ ਉਰੇ ਚਲੇ ਗਏ, ਕੋਈ ਟਾਈਮ ਨਹੀਂ ਦਿੱਤਾ। ਇਸ ਕਰਕੇ ਆਪਣਾ ਮੁੱਖ ਮੰਤਰੀ ਆ ਪੰਜਾਬ ਦਾ, ਮਾੜੀ ਮੋਟੀ ਆਪਾਂ ਉਹਦੀ ਇੱਜ਼ਤ ਵੀ ਰੱਖਣੀ ਆ। ਆਖਰੀ ਆਪਾਂ ਹੀ ਬਣਾਇਆ ਹੋਇਆ, ਇਹ ਬਿਲਕੁਲ ਗਲਤ ਕਹਿਣ ਦੀ ਆ। ਹਾਂ ED ਦੇ 100% ਉਹਨੇ ਕਿਹਾ ਵੀ 13 ਸਾਲ ਮੈਨੂੰ ਅੱਗੇ ਹੋ ਗਏ, 13 ਸਾਲ ED ਤੁਸੀਂ ਮੇਰੇ ਤੇ ਪਾਈ ਆ, ਬਾਦਲਾਂ ਨੇ ਪਾਈ ਸੀ ਉਦੋਂ ਸੈਂਟਰ ਨਾਲ ਰਲ ਕੇ, 13 ਸਾਲ ਹੋਰ ਚੱਲੀ ਜਾਊਗਾ ਕੇਸ, ਕੋਰਟਾਂ ਦਾ ਕੇਸ ਦਾ ਕੀ ਹੁੰਦਾ ਮੈਂ ਭੁਗਤ ਲੂੰਗਾ। ਪਰ ਹਾਂ ਇਹ ਗੱਲ ਜ਼ਰੂਰ ਆ, ਜਿਹੜੇ ਉਹਦੇ ਬੱਚਿਆਂ ਤੇ ਪਾਏ ਆ ਉਹ ਜ਼ਰੂਰ ਮਹਾਰਾਣੀ ਸਾਹਿਬ ਦੇ ਉੱਧਰ ਸਾਨੂੰ ਕਿਹਾ ਵੀ ਮੇਰੀ ਦੋਤੀ ਨਾ ਮੇਰੀ ਪੋਤੀਆਂ ਏ 2 ਤੇ ਇੱਕ ਮੇਰਾ 12ਵੀਂ 'ਚ ਮੇਰਾ ਪੋਤਾ ਪੜ੍ਹਦਾ ਏ, ਵੀ ਉਹ ਜ਼ਰੂਰ ਦੁੱਖ ਆ। 4 ਦਿਨ ਬਾਅਦ ਉਹਦਾ ਮੰਗਣਾ ਸੀ ਤੇ ਉਹ ਬੇਟੀ ਪੋਤੀ ਆਪਣੀ ਦਾਦੀ ਨੂੰ ਪੁੱਛਦੀ ਆ ਵੀ ਕੀ ਮੈਂ ਦਾਦੀ ਬੱਚੇ ਪੜ੍ਹ ਕੇ ਆਏ ਆ ਤੇ ਵੀ ਮੈਂ ਕਿਤੇ ਆਪਣੇ ਮੰਗਣੇ ਤੋਂ ਪਹਿਲਾਂ ਹੀ ਤਾਂ ਨਹੀਂ ਮੈਨੂੰ ਇਹ ਜਿਹੜਾ ਅਮਿਤ ਸ਼ਾਹ ਜੇਲ੍ਹ 'ਚ ਕਰ ਦੂਗਾ। ਇਹ ਗੱਲਾਂ ਤਾਂ ਸੱਚ ਨੇ, ਪਰ ਕੈਪਟਨ ਅਮਰਿੰਦਰ ਸਿੰਘ ਉਹ ਫੌਜੀ ਆ, ਕਦੇ ਉਹ ਡਰਨ ਵਾਲਾ ਨਹੀਂ। ਕਰੋਨਾ 'ਚ ਉਹਨੇ ਲੜਾਈ ਲੜੀ, ਸਾਰੇ ਦੇਸ਼ ਨੂੰ ਉਹਨੇ ਅਨਾਜ ਵੀ ਪਹੁੰਚਾਇਆ, ਸਭ ਨੂੰ ਜੋ ਕੁਛ ਹੋਇਆ ਉਹਨੇ ਕੀਤਾ। ਕਰੋਨਾ 'ਚ ਐਸਾ ਕਹਿਰ ਟੁੱਟਿਆ, ਪਰ ਹੁਣ ਇੱਕ ਤਰ੍ਹਾਂ ਦਾ ਉਹ ਪਰੇਸ਼ਾਨ ਕਰ ਰਹੇ ਆ। ਜੇ ਉਹਦੇ ਨਾਲ ਤੁਸੀਂ ਕਹਿੰਦੇ ਹੋ ਇਹਨਾਂ ਦੀ ਗੱਲ ਹੁੰਦੀ ਤਾਂ ਫਿਰ ਕਿਉਂ GST ਰੋਕਦੇ? ਆਪਣਾ 15,000 ਕਰੋੜ ਤੋਂ ਉੱਤੇ ਬਣਿਆ ਪਿਆ। ਆਪਣਾ RDF ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ, ਉਹ ਅੱਜ ਆਸ਼ੂਰੇ ਹੋ ਗਿਆ ਜਿਹੜਾ ਫੂਡ ਸਪਲਾਈ ਮਿਨਿਸਟਰ ਨੇ, ਤੇ ਉਹ ਤੇ ਮਨਪ੍ਰੀਤ ਅੱਜ ਆਏ ਬੈਠੇ ਸੀ, ਕਹਿੰਦਾ ਮੈਂ ਜਮ੍ਹਾਂ ਨਹੀਂ ਮਿਲਦਾ ਤੁਹਾਨੂੰ। ਪੀਯੂਸ਼ ਗੋਇਲ ਕਹਿੰਦਾ ਟਾਈਮ ਮੰਗਿਆ ਸੀ ਦੋਨਾਂ ਨੇ, ਕਹਿੰਦਾ ਜਮ੍ਹਾਂ ਨਹੀਂ ਮਿਲਦਾ। ਤੇ ਜਿਹੜਾ ਹਿਸਾਬ ਆ ਕਹਿੰਦਾ ਜਿੱਦਣ ਧਰਨਾ ਉਰੇ ਉਹ ਵਾਪਸ ਜਾਊਗਾ ਪੰਜਾਬ ਦੇ ਤਾਂ ਗੱਲ ਉਦਣ ਕਰਾਂਗੇ। ਫਿਰ ਮੁੱਖ ਮੰਤਰੀ ਨੇ ਫਿਰ ਅਮਿਤ ਸ਼ਾਹ ਨੂੰ ਫੋਨ ਕੀਤਾ, ਉਹ ਬਈ ਐ ਨਾ ਕਰੋ, ਤੁਹਾਡਾ ਮੰਤਰੀ, ਕਿਉਂਕਿ ਤੁਹਾਨੂੰ ਪਤਾ ਪਾਸਵਾਨ ਜਿਹੜੇ ਮੰਤਰੀ ਸੀ ਆਪਣੇ ਫੂਡ ਸਪਲਾਈ ਦੇ, ਉਹਨਾਂ ਦੀ ਡੈਥ ਹੋ ਗਈ। ਉਹ ਮਹਿਕਮਾ ਵੀ ਇਹਨੂੰ ਦੇਤਾ, ਜਿਹੜਾ ਮਹਿਕਮਾ ਮਿਲਦਾ ਇਹਨੂੰ ਹੀ ਮਿਲਦਾ ਪੀਯੂਸ਼ ਗੋਇਲ ਨੂੰ, ਕਿਉਂਕਿ ਦਲਾਲ ਇਹਨਾਂ ਦਾ ਇਹ ਆ। ਤੇ ਚੱਲ ਕਟਸੀ ਕਾਲ ਹੀ ਕਰ ਲਓ, ਜਦ ਕਰਨਾ ਹੋ ਬਾਅਦ 'ਚ ਕਰ ਲਿਓ। ਵੀ ਉਹਨੇ ਕਿਹਾ ਇੱਕ ਵਾਰ ਮਿਲ ਲੈਣਗੇ ਫਿਰ ਰਾਹ ਥੋੜ੍ਹਾ ਬਹੁਤਾ ਗੱਲ ਚੱਲੂ, ਪੱਧਰ ਹੋ ਗੱਲਬਾਤ ਨਾਲ ਹੀ ਜਿਵੇਂ ਚੱਲਦਾ ਕੰਮ।
ਪਰ ਫਿਰ ਉਹਨੇ ਕਹਿੰਦਾ ਮੈਂ ਪੀਯੂਸ਼ ਗੋਇਲ ਕਹਿੰਦਾ ਮੈਨੂੰ ਟੈਲੀਫੋਨ ਆ ਗਿਆ ਵਾ, ਇੰਨਾ ਕੁ ਮੈਂ ਮਿਲ ਲੈਣਾ ਤੁਹਾਨੂੰ, ਪਰ ਕੰਮ ਕੁੰਮ ਜਿਹੜਾ ਪੰਜਾਬ ਦਾ ਉਹ ਤਾਂ ਫਾਈਲਾਂ ਮੈਂ ਉਦੋਂ ਬਾਅਦ ਹੀ ਕਲੀਅਰ ਕਰੂੰਗਾ ਜਦੋਂ ਤੁਸੀਂ ਇੱਥੋਂ ਵਾਪਸ ਜਾਓਗੇ। ਇਸ ਕਰਕੇ ਇੱਥੇ ਤੱਕ ਤਾਂ ਰਵੱਈਆ ਹੋਇਆ ਪਿਆ ਏ ਜੀ। ਬਿੱਟੂ ਸਾਹਿਬ, ਰਾਹੁਲ ਗਾਂਧੀ ਜੀ ਆਉਂਦੇ ਨੇ ਪੰਜਾਬ, ਬੜਾ ਚਰਚਾ ਹੁੰਦੀ ਹੈ ਟਰੈਕਟਰ ਦੀ, ਨਰਮ ਗੱਦੀ ਦੀ ਬੜੀ ਚਰਚਾ ਹੁੰਦੀ ਆ। ਉਦੋਂ ਤਾਂ ਮੀਟਿੰਗ ਹੋਈ ਹੋਊਗੀ, ਪਾਰਟੀ ਲੈਵਲ ਤੇ ਵੀ ਮੀਟਿੰਗ ਹੋਈ ਹੋਊਗੀ, ਸਰਕਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਊਗੀ ਪੰਜਾਬ ਆਉਣਾ, ਉਦੋਂ ਹੀ ਕਿਉਂ ਨਹੀਂ ਦਿੱਲੀ? ਕਿਉਂਕਿ ਜਿਹੜੇ ਪੰਜਾਬੀ ਸੀਗੇ ਜਾਂ ਜਿਹੜੇ ਕਿਸਾਨ ਸੀਗੇ ਉਹ ਤਾਂ ਦਿੱਲੀ ਨੂੰ ਆਉਣ ਨੂੰ ਤਿਆਰ ਸੀ, ਤੁਸੀਂ ਪੰਜਾਬ ਜਾ ਰਹੇ ਸੀ, ਉੱਥੇ ਵੀ ਲੋਕਾਂ ਨੇ ਬੜੇ ਸਵਾਲ ਚੱਕੇ ਆ, ਕਿਤੇ ਨਾ ਕਿਤੇ ਮੈਚ ਫਿਕਸਿੰਗ ਤਾਂ ਨਹੀਂ ਚੱਲ ਰਹੀ? ਕਿਉਂ ਗੱਦੀ ਦੇਖੀ ਜਾਂਦੇ ਆ ਪਿੱਛੇ, ਜਿਹੜਾ ਬਾਰਡਰ ਭੰਨਿਆ ਪਿੱਛੇ ਮਨੋਰਥ ਨਹੀਂ, ਆ ਜਿਹੜਾ ਬਾਰਡਰ ਸਭ ਤੋਂ ਪਹਿਲਾਂ ਇਹ ਰਾਹੁਲ ਗਾਂਧੀ ਵਾਲਖ ਜਗਾ ਕੇ ਗਿਆ, ਉਦੋਂ ਪਹਿਲਾਂ ਤਾਂ ਕੋਈ ਆਪਣੇ ਧਰਨੇ ਮੁਜ਼ਾਹਰੇ ਨਹੀਂ ਸੀਗੇ। ਇਹ ਰਾਹੁਲ ਗਾਂਧੀ ਨੇ 3 ਦਿਨ ਗੇੜਾ ਕੱਢਿਆ ਵੀ ਉੱਠੋ ਨਿਕਲੋ ਬਾਹਰ ਇਹਦੇ ਖਿਲਾਫ, ਤੇ ਹਰਿਆਣੇ ਵਾਲੇ ਉਦੋਂ ਵੀ ਬਾਰਡਰ ਰੋਕਦੇ ਸੀ। ਉਹ ਇੱਕ ਦਿਨ ਅਸੀਂ ਵੀ ਨਾਲ ਸੀ, ਲੰਮਕਦੇ ਸੀ ਆ ਬੈਰੀਗੇਟਾਂ ਤੇ, ਤਾਂ ਉਦੋਂ ਹੀ ਉਹ ਟਰੈਕਟਰ ਮਾਰ ਕੇ ਬਾਰਡਰ ਖੋਲ੍ਹ ਕੇ ਗਿਆ ਸੀਗਾ। ਉੱਥੇ ਤਾਂ ਸਰਕਾਰ ਨਹੀਂ ਸੀ ਉਹਦੀ, ਉਹ ਤਾਂ ਖੱਟਰ ਦੀ ਸਰਕਾਰ ਸੀ। ਤੇ ਇਸ ਕਰਕੇ ਜਥੇਬੰਦੀਆਂ ਨੂੰ ਜੀ ਫਿਰ ਕੋਈ ਕ੍ਰੈਡਿਟ ਨਹੀਂ ਆਦਾ, ਤੁਸੀਂ ਕਹਿੰਦੇ ਵੀ ਕ੍ਰੈਡਿਟ ਸਾਰਾ ਰਾਹੁਲ ਗਾਂਧੀ ਦਾ, ਵੀ ਉਹਨਾਂ ਨੇ ਅਲਖ ਜਗਾਈ ਹੈ। ਜਥੇਬੰਦੀਆਂ ਨੂੰ ਵੀ 3 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ, ਜਥੇਬੰਦੀਆਂ ਦਾ ਬੜਾ ਵੱਡਾ ਸਹਿਯੋਗ ਆ। ਟੋਲ ਪਲਾਜ਼ਿਆਂ ਤੇ ਅੱਧੀ ਰਾਤ ਨੂੰ 2 ਬੰਦਿਆਂ ਤੋਂ ਸ਼ੁਰੂ ਹੋ ਕੇ 10 ਬੰਦਿਆਂ ਦਾ ਇਕੱਠ, 50 ਦਾ, 25 ਦਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਵੀ ਇਕੱਠ ਗਿਆ। ਇਸ ਗੱਲ 'ਚ ਕਿਉਂ ਜਾਂਦੇ ਆ ਵੀ ਆਪਾਂ ਕੰਪੇਅਰ ਕਰਦੇ ਆ ਕਿਸੇ ਨੂੰ? ਆਪਾਂ ਕਿਉਂ ਆਪਣੇ ਆਪ ਨੂੰ ਛੋਟਾ ਕਰੀਏ ਰਾਹੁਲ ਗਾਂਧੀ ਨਾਲ ਮਿਲਾ ਕੇ ਆਪਣੇ ਜਥੇਬੰਦੀਆਂ ਨੂੰ? ਮੈਂ ਤਾਂ ਸਿਆਸੀ ਗੱਲ ਕਰ ਰਿਹਾ। ਆਪਾਂ ਗੱਲ ਕੀਤੀ ਵੀ ਬੀਜੇਪੀ ਦੀ ਸਰਕਾਰ ਤੇ ਕਾਂਗਰਸ ਦੀ ਸਰਕਾਰ ਦੀ, ਆਪਾਂ ਤਾਂ ਹਜੇ ਉੱਥੇ ਖੜੇ ਆ। ਸਿਆਸੀ ਗੱਲ 'ਚ ਤਾਂ ਆਪਾਂ ਉਹਨਾਂ ਨੂੰ ਲਿਆਈਏ ਨਾ, ਉਹ ਤਾਂ ਇੱਕ ਅਲੱਗ ਅੰਨਦਾਤੇ ਆ, ਅੰਨਦਾਤਿਆਂ ਦੇ ਲੀਡਰ ਆ। ਚਲੋ ਉਹ ਚਲਾ ਗਿਆ, ਉਹ ਇੱਕ ਗੱਦੀ ਜਿਹਨੂੰ ਲੈ ਕੇ ਫਿਰੀ ਗਏ ਵੀ ਗੱਦੀ ਲਾਈ ਹੋਈ ਹੈ ਗੱਦੀ। ਆਪਾਂ ਜਿਹੜੀ ਗੱਦੀ ਆਪਾਂ ਗੱਡੀਆਂ ਤੇ ਬਹਿਨੇ ਆ ਜਾਂ ਕਿਤੇ ਵੀ ਬਹਿਨੇ, ਅੱਜ ਕੱਲ੍ਹ ਤਾਂ ਟਰੈਕਟਰ ਵੀ ਏਸੀ ਨੇ। ਆਪਣੇ ਜਿਹੜੇ ਜੱਟ ਟਰੈਕਟਰ ਚਲਾਉਂਦੇ ਉਹ ਵੀ ਏਸੀ। ਇਹ ਗੱਲਾਂ 'ਚ ਕਿਹੜੀਆਂ 'ਚ ਪੈ ਜਾਂਦੇ ਆਪਾਂ ਵੀ ਗੱਦੀ ਕੀ ਲੱਗੀ ਹੋਈ ਆ? ਜੇ ਆਪਾਂ ਨੂੰ ਟਰੈਕਟਰ ਤੇ ਗੱਦੀ ਲੱਗੀ, ਉਹ ਕੀ ਮਾਇਨਾ ਰੱਖਦੀ ਆ? ਉਹਦੇ ਨਾਲ ਕੀ ਐਜੀਟੇਸ਼ਨ ਤੇ ਜਾਂ ਕਿਸਾਨਾਂ ਤੇ ਕੀ ਉਹਦਾ ਫਰਕ ਪਊਗਾ? ਮੈਨੂੰ ਬਿੱਟੂ ਜੀ, ਬੱਦਨੀ ਕਲਾਂ ਅਸੀਂ ਵੀ ਮੌਜੂਦ ਸੀਗੇ, ਉੱਥੇ ਅਨਾਉਂਸਮੈਂਟਾਂ ਵੀ ਹੋਈਆਂ, ਪੁਲਿਸ ਵਾਲਿਆਂ ਨੇ ਵੀ ਅਨਾਉਂਸਮੈਂਟਾਂ ਕਰੀਆਂ ਵੀ ਕਾਲੇ ਪਰਨੇ ਵਾਲਾ ਵੀ ਨਹੀਂ ਅੰਦਰ ਜਾਊਗਾ। ਕੀ ਡਰ ਸੀਗਾ ਇਹ ਜਿਹਾ? ਵੀ ਫਿਰ ਕੀ ਡਰ ਸੀ? ਕਾਲੇ ਪਰਨੇ ਤੱਕ ਲਹਾਏ ਗਏ, ਕਾਲੇ ਕੱਪੜੇ ਤੱਕ ਬਾਹਰ ਕੱਢੇ ਗਏ। ਡਰ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਵੀ ਰਲੇ ਹੋਏ ਨੇ ਲੋਕਾਂ ਦੇ ਮਨ 'ਚੋਂ, ਕਿਵੇਂ ਇਹ ਗੱਲ ਕੱਢ ਲਾਂਗੇ? ਉੱਥੇ ਅਕਾਲੀ ਦਲ ਵਾਲੇ ਵੀ ਸੀ, ਬੀਜੇਪੀ ਵਾਲੇ ਵੀ ਸੀ, ਉੱਥੇ ਲੈਫਟ ਵੀ ਸੀ। ਨਹੀਂ, ਫਿਰ ਤੁਸੀਂ ਇਹ ਮੰਨਦੇ ਹੋ ਵੀ ਭਰੋਸਾ ਨਹੀਂ ਜਿੱਤ ਸਕੇ ਤੁਸੀਂ? ਨਹੀਂ, ਮੈਂ ਤਾਂ ਇਹ ਪਾਰਟੀਆਂ ਵਾਲੇ ਕਰਦੇ ਆ ਤੇ ਇਹ ਕਿਤੇ ਹਟ ਸਕਦੇ ਆ? ਜਿਹੜੇ ਸਿਆਸਤ ਕਰਦੇ ਆ ਉਹ ਸਿਆਸਤ ਕਰਨੋਂ ਬਹੁਤ ਔਖਾ ਹੈ, ਉਹਨਾਂ ਦੇ ਜੋੜਾਂ 'ਚੋਂ ਨਿਕਲ ਜੇ ਇਹ ਸਿਆਸਤ। ਉਹ ਆ ਝੰਡੀਆਂ ਵਾਲੇ। ਆਮ ਕਿਸਾਨ ਵਿਚਾਰਾ ਝੰਡੀ ਲੈ ਕੇ ਆਉਂਦਾ ਦਿਖਾਉਣ ਨੂੰ, ਉਹਨੂੰ ਤਾਂ ਆਪਦੇ ਖੇਤ 'ਚੋਂ ਬੇਲ ਨਹੀਂਗਾ, ਉਹ ਵਿਚਾਰਾ ਆਪਣੀ ਜ਼ਮੀਨ ਲਈ ਬੈਠਾ ਹੈ। ਝੰਡੀਆਂ ਦਿਖਾਉਣ ਵਾਲੇ ਤਾਂ ਇਹ ਸਿਆਸੀ ਬੰਦੇ ਹੁੰਦੇ ਇੱਕ ਦੂਜੇ ਦੇ, ਜਿਹੜੀਆਂ ਆਪਣੀਆਂ ਤੁਹਾਨੂੰ ਪਤਾ ਹੀ ਆ ਵੀ ਅੱਜ ਮੈਂ ਚੱਲਿਆ ਜੀ ਘਰੌ ਕਰਨ, ਮੈਂ ਦਿਖਾਊਂਗਾ ਕਾਲੀਆਂ ਝੰਡੀਆਂ। ਉਹ ਇੱਕ ਦੂਜੇ ਦੇ ਆਮ ਆਦਮੀ ਪਾਰਟੀ ਵਾਲੇ ਆ ਡਿਫਾਲਟਰ ਨੇ ਜਿਹੜੇ ਸਭ ਤੋਂ ਵੱਡੇ, ਇਹ ਇਹੋ ਜਿਹਾ ਕੰਮ ਕਰਦੇ। ਉਹ ਤਾਂ ਇਹਨਾਂ ਤੋਂ ਸੀ, ਕਿਸਾਨਾਂ ਤੋਂ ਥੋੜ੍ਹੀ। ਕਿਸਾਨਾਂ ਤੋਂ ਜੇ ਹੁੰਦਾ ਤਾਂ ਓਪਨ ਟਰੈਕਟਰ 'ਚੋਂ ਫਿਰਦਾ ਸੜਕਾਂ 'ਤੇ। ਉਹ ਤਾਂ 3 ਦਿਨ ਸੜਕਾਂ 'ਤੇ ਲਾ ਕੇ ਆਇਆ, ਤੇ ਹਜ਼ਾਰਾਂ ਟਰੈਕਟਰ, ਜਿਵੇਂ ਆਹ ਟਰੈਕਟਰ ਤੇ ਹਜ਼ਾਰਾਂ ਟਰੈਕਟਰ, ਤੁਸੀਂ ਵੀ ਮੰਨੋਗੇ ਉਹ ਟਰੈਕਟਰ ਕਿਹਦਾ ਸੀ? ਉਹ ਕਿਸਾਨ ਹੀ ਆਏ ਸੀ ਨਾ, ਹਜ਼ਾਰਾਂ ਟਰੈਕਟਰ। ਜਦੋਂ ਉਦੋਂ ਆਇਆ ਨਿਕਲੀਆਂ ਟਰੈਕਟਰਾਂ ਨੇ ਮਾਰੀਆਂ ਬੜਕਾਂ, ਉਦੋਂ ਬਾਅਦ ਸ਼ੁਰੂ ਹੋਇਆ। ਆਮ ਕਿਸਾਨਾਂ ਨੇ ਵਿਰੋਧ ਵੀ ਕੀਤਾ ਜੀ, ਟੋਲ ਪਲਾਜ਼ਿਆਂ ਤੇ ਵੀਡੀਓਜ਼ ਬੜੀਆਂ ਵਾਇਰਲ ਹੋਈਆਂ, ਤੁਸੀਂ ਵੀ ਦੇਖੀਆਂ ਹੋਣੀਆਂ। ਇਹ ਖਾਸ ਸੀਗੇ ਜਿਹੜੇ ਇੰਨੇ ਹਜ਼ਾਰ ਕਿਸਾਨ ਆਏ ਹੋਏ ਸੀ? ਇਹ ਕਿਹੜੇ ਖਾਸ ਨੇ, ਮੈਨੂੰ ਇਹ ਦੱਸੋ। ਅੱਜ ਜਿਹੜਾ ਕੋਈ ਵੀ ਤੁਸੀਂ ਇਹਨਾਂ 'ਚੋਂ ਆਇਡੈਂਟੀਫਾਈ ਕਰਕੇ ਦੱਸੋ ਵੀ ਧਰਨੇ 'ਚ ਕੋਈ ਕਾਂਗਰਸੀ ਨਹੀਂਗਾ, ਜੋ ਕੋਈ ਅਕਾਲੀ ਦਲ ਵਾਲਾ ਜਿਹੜਾ ਵੋਟ ਪਾਈਏ ਨਹੀਂਗਾ, ਕੋਈ ਆਮ ਆਦਮੀ ਵਾਲਾ ਨਹੀਂਗਾ। ਆ ਸਭ ਸਾਡੇ ਕੋਲ ਆਉਂਦੇ ਆ ਸ਼ਾਮ ਨੂੰ ਵੀ ਅਸੀਂ ਭਾਈ ਆਏ ਹੋਏ ਆ ਸਾਰੀਆਂ ਪਾਰਟੀਆਂ ਵਾਲੇ, ਜਿਹੜਾ ਇੰਨਾ ਲੱਖ ਬੰਦਾ ਕਿਤੇ ਇਹਨਾਂ ਨੇ ਵੋਟ ਹੀ ਨਹੀਂ ਪਾਈ ਅੱਜ ਤੱਕ। ਇਹ ਸਭ ਪੰਜਾਬ ਆ। ਹੁਣ ਮਸਲਾ ਪੰਜਾਬ ਦਾ, ਪਾਰਟੀਆਂ 'ਚ ਤਾਂ ਆਪਾਂ ਤਾਂ ਆਪਣੀ ਇਸ ਵੇਲੇ ਪੰਜਾਬ ਦੀ ਗੱਲ ਕਰੋ, ਨਾ ਰਾਹੁਲ ਗਾਂਧੀ ਦੀ ਕਰੋ, ਨਾ ਕਿਸੇ ਹੋਰ ਦੀ ਗੱਲ ਕਰੋ। ਹੁਣ ਤਾਂ ਆਪਾਂ ਪੰਜਾਬੀ ਆ ਜੀ, ਸਭ ਤੋਂ ਪਹਿਲਾਂ ਆਪਾਂ ਪੰਜਾਬੀ ਆ, ਬਾਕੀ ਗੱਲਾਂ ਬਾਅਦ 'ਚ ਨੇ। ਆਪਣੀ ਲੜਾਈ ਰਹਿ ਗਈ ਇਹ। ਤੁਸੀਂ ਫਿਰ ਉੱਥੇ ਧਰਨੇ ਤੇ ਜਾ ਕੇ ਤੁਸੀਂ ਆਮ ਵਾਂਗੂ ਕਿਉਂ ਨਹੀਂ ਬਹਿੰਦੇ? ਵਿੱਚ ਜਾ ਕੇ ਤਾਂ ਬੈਠ ਹੀ ਸਕਦੇ ਹੋ, ਸਟੇਜ ਤੇ ਚਾਹੇ ਨਾ ਜਗ੍ਹਾ ਮਿਲੇ, ਪਿੱਛੇ ਤਾਂ ਜਾ ਹੀ ਸਕਦੇ ਹੋ। ਉਹ ਨਹੀਂ ਕਹਿੰਦੇ ਆਉਣਾ ਜੀ ਉਰੇ। ਇੱਕ ਗਿਆ ਉੱਥੇ ਬੇਇੱਜ਼ਤੀ ਕਰਾਉਂਦੇ ਆ, ਇੱਕ ਦੀ ਬੇਇੱਜ਼ਤੀ ਕੀਤੀ ਆ। ਉੱਥੇ ਬਥੇਰੇ ਫਿਰਦੇ ਆ ਇਹੋ ਜਿਹੇ ਜਿਹੜੇ ਇਸੇ ਕੰਮ ਨੂੰ ਫਿਰਦੇ ਆ ਵੀ ਸਿਆਸੀ ਮੰਚ ਕਿਵੇਂ ਲੱਭੀਏ। ਉਹ ਲੋਕ ਨੇ ਜਿਹੜੇ ਦੂਜੀਆਂ ਸ਼ਰਾਰਤੀ ਅਨਸਰ, ਉਹ ਥੋੜਾ ਕੁਝ ਕਰਦੇ ਆ ਬਹਿਣ ਨੂੰ। ਤੁਸੀਂ ਜਥੇਬੰਦੀਆਂ ਨਾਲ ਕਰੋ ਨਾ ਗੱਲ ਵੀ ਅਸੀਂ ਆਮ ਕਿਸਾਨਾਂ ਦੀ ਤਰ੍ਹਾਂ ਆਉਣਾ ਚਾਹੁੰਦੇ ਆ, ਵਿੱਚ ਆ ਕੇ ਨਹੀਂ ਬਾੜਦੇ। ਉਹ ਚਲੋ ਹੁਣ ਆਪਾਂ ਗੱਲ ਛੇੜੀਏ ਹੀ ਨਾ। ਉਹਨਾਂ ਦੀ ਆਪਦੀ
ਉਸ ਗੱਲ 'ਚ ਆ, ਕਿਉਂਕਿ ਅਸੀਂ ਇਸ ਵੇਲੇ ਉਹਨਾਂ ਨੂੰ ਬਿਲਕੁਲ ਵੀ ਢਾਹ ਨਹੀਂ ਲਾਉਣਾ ਚਾਹੁੰਦੇ, ਕਿਉਂਕਿ ਹੁਣ ਜੰਗ ਟੌਪ ਤੇ ਆ ਗਈ, ਐਨ ਅਖੀਰਲੀ ਕੜੀ ਤੇ ਆ। ਪਰ ਸਾਨੂੰ ਉਹਨਾਂ ਨੇ ਨਹੀਂ ਵਾੜਨਾ। ਉਹ ਵੀ ਜਿਹੜੇ ਨੇ ਲੋਕ ਨੇ ਸਾਰੇ ਕਦੇ ਨਾ ਕਦੇ ਕਿਸੇ ਪਾਰਟੀ ਨਾਲ ਰਹੇ ਨੇ, ਕਦੇ ਨਾ ਕਦੇ ਕਿਸੇ ਸਿਆਸੀ ਪਾਰਟੀ ਨਾਲ ਉਹਨਾਂ ਦੀ ਝੁਕਾਅ ਰਿਹਾ ਏ, ਤੇ ਇਸ ਕਰਕੇ ਉਹ ਕਰਨ ਦੋ ਆਪਾਂ ਨੂੰ। ਇਹਦੇ ਨਾਲ ਕੀ ਆ, ਉਹ ਜਾ ਕੇ ਇਲੈਕਸ਼ਨਾਂ ਵੀ ਲੜਨ, ਪ੍ਰਮਾਤਮਾ ਕਰੇ ਉਹ ਇਲੈਕਸ਼ਨਾਂ ਮਿਹਨਤ ਕਰ ਰਿਹਾ, ਇਲੈਕਸ਼ਨਾਂ ਲੜਨ ਜਿੱਤਣ, ਆਪਾਂ ਨੂੰ ਇਹ 'ਚ ਕੋਈ ਗੱਲ ਨਹੀਂ। ਤੇ ਨਾ ਸਾਨੂੰ ਉੱਥੇ ਜਾਣ ਦਾ ਹੀ ਕੋਈ ਲਾਲਚ ਹੀ ਆ। ਅਸੀਂ ਕਾਹਦੇ ਲਈ ਜਾਣਾ ਹੈ, ਸਾਨੂੰ ਕੀ ਆ, ਅਸੀਂ ਤਾਂ ਇੱਥੇ ਬੈਠੇ ਆ ਆਪਣਾ। ਅਸੀਂ ਤਾਂ ਸਿਰਫ ਉਹ ਤਕਲੀਫ ਜਿਹੜੀ ਉਹ ਚੱਲ ਰਹੀ, ਉਹ ਅਸੀਂ ਦਰਦ ਜਿਹੜਾ ਸਾਨੂੰ, ਅਸੀਂ ਬਣੇ ਹੋਏ ਆਗੂ ਆਪਣੇ ਆਪ ਨੂੰ ਕਹਾਉਂਦੇ ਆ, ਕਿਹੜੇ ਮੂੰਹ ਨਾਲ ਉਹਨਾਂ ਦੇ ਪਿੰਡਾਂ 'ਚ ਦੁੱਖ ਸੁੱਖ 'ਚ ਜਾ ਕੇ ਕੱਲ੍ਹ ਨੂੰ ਮਾਈਕ ਫੜ ਕੇ ਬੋਲਾਂਗੇ ਵੀ ਆ ਗਏ ਅਸੀਂ ਕਮਰਿਆਂ 'ਚੋਂ ਨਿਕਲ ਗਏ, ਹੀਟਰਾਂ 'ਚੋਂ। ਅਸੀਂ ਤਾਂ ਆਪਣੇ ਪਿੰਡੇ ਤੇ ਤਾਂ ਹੰਢਾ ਰਹੇ ਆ, ਤੇ ਹਮੇਸ਼ਾ ਹੰਢਾਇਆ। ਅੱਤਵਾਦ ਸੀ ਉਦੋਂ ਗੋਲੀਆਂ ਖਾਧੀਆਂ, ਪਰਿਵਾਰ ਗਵਾਏ ਆ, ਤੇ ਹੁਣ ਇਹ ਪਹਿਲਾਂ ਨਸ਼ੇ ਦੇ ਖਿਲਾਫ ਸੀ ਤਾਂ ਯਾਤਰਾਵਾਂ ਕੀਤੀਆਂ, ਤਾਂ ਭੁੱਖ ਹੜਤਾਲ ਤੇ ਮਰਨ ਵਰਤ ਤੇ ਮੈਂ ਬੈਠਾ ਰਿਹਾ 7 ਦਿਨ। ਆ ਚਿੱਟਾ ਰਾਵਣ ਸੀ ਤਾਂ ਮੈਂ ਸੀਐਮ ਦੇ ਕਦੇ ਕੋਈ ਬੈਠਾ ਨਹੀਂ, ਦਰ ਤੇ 3 ਦਿਨ ਬੈਠਾ ਰਿਹਾ ਜਾ ਕੇ ਬਾਦਲ ਸਾਹਿਬ ਦੇ। 2 ਵਾਰ ਆਉਂਦੇ ਸੀ, ਕਾਕਾ ਜੀ ਉੱਠ ਖੜੋ, ਮੈਂ ਕਿਹਾ ਜਮਾ ਨਹੀਂ ਉੱਠਦਾ ਜਿੰਨਾ ਚਿਰ ਤੁਸੀਂ ਇਹ ਅਫਸਰ ਜਿਹੜੇ ਸਾਡੇ ਨਸ਼ੇ ਦੇ ਕਾਰੋਬਾਰ ਨੂੰ ਜਿਹੜੀ ਸਹਿ ਦਿੰਦੇ ਆ, ਜਿੰਨਾ ਚਿਰ ਉਹਨਾਂ ਨੂੰ ਨਹੀਂ ਹਟਾਉਂਦੇ। ਤੇ ਇਸ ਕਰਕੇ ਅਸੀਂ ਬਿਲਕੁਲ ਇਹੋ ਜਿਹੀ ਗੱਲ ਨਾ ਸੋਚੀ ਆ, ਨਾ ਅਸੀਂ ਜਾਣਾ ਜੀ। ਜਿਹੜੇ ਲੋਕ ਸਾਨੂੰ ਪਿਆਰ ਕਰਦੇ ਆ, ਚਾਹੁੰਦੇ, ਉਹ ਸਾਨੂੰ ਇੱਥੇ ਆ ਕੇ ਮਿਲ ਜਾਂਦੇ ਆ, ਟੈਲੀਫੋਨ ਕਰ ਲੈਂਦੇ ਆ। ਆਪਾਂ ਕੀ ਲੈਣਾ ਕਿਸੇ ਦੀ ਸਟੇਜ 'ਚ ਜਦੋਂ ਕੋਈ ਚਾਹੁੰਦਾ ਨਹੀਂਗਾ। ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾਗਾ ਵੀ 1 ਦਿਨ ਦਾ ਧਰਨਾ ਲਾ ਕੇ ਦਿਖਾਵਾ ਹੋਇਆਗਾ, ਸਿਰਫ ਮੁੱਖ ਮੰਤਰੀ ਸਾਹਿਬ ਨੇ ਦਿਖਾਵਾ ਕੀਤਾਗਾ, ਬਾਕੀ ਐਮਐਲਏ ਸਾਹਿਬ ਸਾਰਿਆਂ ਨੇ ਦਿਖਾਵਾ ਕੀਤਾ, ਪ੍ਰਧਾਨ ਮੰਤਰੀ ਦੀ ਕੋਠੀ ਮੂਹਰੇ ਕਿਉਂ ਨਹੀਂ ਬਹਿੰਦੇ? ਉਹ ਬਾਦਲ ਸਾਹਿਬ, ਤੁਸੀਂ ਗੁਰਦੁਆਰਾ ਸ਼੍ਰੋਮਣੀ ਕਮੇਟੀ ਤੁਹਾਡੇ ਕੋਲ, ਦਿੱਲੀ ਪ੍ਰਬੰਧਕ ਕਮੇਟੀ ਤੁਹਾਡੇ ਕੋਲ, ਤੁਸੀਂ ਕਿਸਾਨਾਂ ਦੀ ਪਾਰਟੀ, ਕਿੱਥੇ ਖਾਈ ਜਾਂਦੇ ਹੋ ਕੜਾ? ਨਿਕਲੋ ਤਾਂ ਸਹੀ ਬਾਹਰ। ਬੜੇ ਬਾਦਲ ਸਾਹਿਬ ਦਾ ਮੰਨਿਆ, ਪਰ ਤੁਸੀਂ ਸਾਰਾ ਟੱਬਰ ਕਿੱਥੇ ਬੈਠੇ ਹੋ? ਕਿਉਂ ਨਹੀਂ ਆਪਣੇ ਬਾਦਲ ਪਿੰਡ ਘਰ ਦੇ ਬਾਹਰ ਹੀ ਨਿਕਲ ਕੇ ਬਹਿ ਜਾਓ, ਪਤਾ ਤਾਂ ਲੱਗੇ। ਆਮ ਆਦਮੀ ਵਾਲੇ ਭਗਵੰਤ ਮਾਨ ਇੱਥੇ ਕੇਜਰੀਵਾਲ ਦੇ ਘਰ ਦੇ ਬਾਹਰ ਹੀ ਬਹਿ ਜੇ, ਨਿਕਲੇ ਤਾਂ ਸਹੀ ਕਿਤੇ। ਕਿੱਥੇ ਮਖਮਲੀ ਗੱਦਿਆਂ ਤੇ ਪਏ ਨੇ ਸਾਰੇ, ਹੰਡਾਓ ਤਾਂ ਸਹੀ। ਜਿਵੇਂ ਆਪਾਂ ਸਭਾ ਆਪਣੇ ਛੋਟੇ ਸਾਹਿਬਜ਼ਾਦੇ ਬੜੇ ਸਾਹਿਬਜ਼ਾਦਿਆਂ ਦਾ ਹਫਤਾ ਹੈ, ਸੋਗਮਈ ਦੁੱਖ ਜਿੰਨਾ, ਤੇ ਸਾਰੇ ਲੋਕ ਥੱਲੇ ਪੈਂਦੇ ਆ ਵੀ ਦੁੱਖ ਆ, ਮਠਿਆਈਆਂ ਆਪਣਾ ਮਿੱਠਾ ਬੰਦ ਕਰ ਦਿੰਦੇ ਆ, ਕਿਉਂ? ਤੇ ਫਿਰ ਅਸੀਂ ਥੱਲੇ ਪਏ ਆ। ਇਹਨਾਂ ਨੂੰ ਦੁੱਖ ਤਾਂ ਜਾਣੀਏ ਵੀ ਇਹ ਕਿਸਾਨਾਂ ਦਾ ਕੀ ਦੁੱਖ ਆ, ਤੇ ਅੱਜ ਇਹ ਲੀਡਰ ਕਿਉਂ ਮਖਮਲੀ ਗੱਦਿਆਂ ਤੇ ਪੈਂਦੇ ਆ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਅਸੀਂ ਤਾਂ ਪਏ ਆ, ਸਾਨੂੰ ਤਾਂ ਵੀ ਸਵਾਲ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਨਹੀਂ ਕੋਈ ਪੁੱਛਦਾ ਵੀ ਉਹ ਕਿੱਥੇ ਬੈਠੇ ਨੇ, ਕਿੱਥੇ ਨੇ ਐਮਐਲਏ ਇਹਨਾਂ ਦੇ, ਆਮ ਆਦਮੀ ਦੇ, ਅਕਾਲੀ ਦਲ ਦੇ, ਕਿਉਂ ਅੱਜ ਘਰਾਂ 'ਚ ਬੜੇ ਬੈਠੇ ਆ? ਲੋਕਾਂ ਨਾਲ ਮੈਂ ਨਹੀਂ ਕਹਿੰਦਾ, ਤੁਸੀਂ ਆਪਣੇ ਲੋਕ ਲੈ ਕੇ ਬਹਿ ਜਾਓ, ਦੁੱਖ ਤਾਂ ਹੰਢਾਓ ਜਿਹੜਾ ਕਿਸਾਨ ਦਾ। ਅੱਜ ਆ ਮੀਡੀਆ ਜਿਹਾ ਚਲਿਆ ਜਾਂਦਾ ਇੱਥੋਂ, ਆ ਜਿਹੜਾ ਚੱਕ ਕੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਪੰਜਾਬ ਦੇ ਵਿੱਚ ਭੁੱਖੇ ਮਰਦੇ ਹੋਏ, ਜਾਂ ਸਾਡੇ ਘਰੇ ਕੋਈ ਖੀਰ ਨਹੀਂ ਬਣਦੀ, ਜਾਂ ਘਰੇ ਸਾਡੇ ਬਦਾਮ ਨਹੀਂ ਗਏ, ਜਾਂ ਕਾਜੂ ਨਹੀਂ ਗਏ। ਸਟੋਰੀਆਂ ਕਰਦੇ ਆ ਜੀ, ਇੱਥੇ ਤਾਂ ਸ਼ਰਦਈ ਜੀ ਦੇਖੋ ਜੀ, ਕਿਸਾਨ ਕਾਜੂ ਖਾ ਰਿਹਾ ਜੀ, ਬਦਾਮ ਖਾ ਰਿਹਾ ਜੀ, ਇੱਥੇ ਤਾਂ ਜੀ ਖੀਰਾਂ ਬਣ ਰਹੀਆਂ ਜੀ। ਓਏ ਅਸੀਂ ਖਾਂਦੇ ਪੀਂਦੇ ਪੰਜਾਬ ਦੇ ਹਮੇਸ਼ਾ ਮੰਨੀ ਗਈ ਆ ਸਾਡੀ ਖੁਰਾਕ, ਤੁਸੀਂ ਸਾਨੂੰ ਕਿਉਂ ਆ ਨੀਤਾਂ ਮਾੜੀਆਂ ਨਾਲ ਦੇਖੀ ਜਾਂਦੇ ਹੋ ਆ ਕੇ? ਤੁਹਾਡੇ ਹਿਸਾਬ ਨਾਲ ਅਸੀਂ ਭੁੱਖੇ ਮਰ ਜੀ, ਅੰਨਦਾਤੇ ਆ, ਸਾਰੇ ਦੇਸ਼ ਨੂੰ ਖਿਲਾਉਂਦੇ, ਤੇ ਅਸੀਂ ਕੁਝ ਖਾ ਨਹੀਂ ਸਕਦੇ? ਸਾਡੇ ਤਾਂ ਕੁਛ ਨਾ ਰਵੇ, ਅਸੀਂ ਤਾਂ ਵੀ ਕਦੇ ਆਪਣਾ ਸਿਰ ਨੀਵਾਂ ਨਹੀਂ ਕਰਦੇ, ਚਾਹੇ ਸਾਡਾ ਕਰਜ਼ੇ ਨਾਲ ਲੋਈ ਦੇ ਥੱਲੇ ਕਰਜ਼ੇ ਨਾਲ ਬਿੰਨਿਆ ਪਿਆ ਹੋਵੇ ਸਰੀਰ। ਜੀ ਬਿੱਟੂ ਜੀ, ਜਾਂਦੇ ਇੱਕ ਸਵਾਲ ਤੁਹਾਡੇ ਤੇ ਬੜਾ ਵੱਡਾ ਆਰੋਪ ਲੱਗਦਾ ਵੀ ਰਵਨੀਤ ਬਿੱਟੂ ਜਦੋਂ ਕੋਈ ਮਾਮਲਾ ਹੁੰਦਾ ਉਦੋਂ ਖਾਲਿਸਤਾਨ ਦੀ ਗੱਲ ਜਾਂ ਇਹ ਗੱਲ ਪੂਰੀ ਪ੍ਰਵੋਕ ਕਰਦੇ ਨੇ। ਇਹ ਆਰੋਪ ਬਹੁਤ ਵੱਡੇ ਨੇ, ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ? ਜਮਾ ਨਹੀਂ ਹਟਦਾ ਖਾਲਿਸਤਾਨ ਤੋਂ ਗੱਲ ਕਰਨੋਂ। ਮੈਂ ਕਿਵੇਂ ਪੰਜਾਬ ਨੂੰ ਬਰਬਾਦ ਹੁੰਦਾ ਦੇਖ ਲਾਂ ਜੀ? ਜਿੱਥੇ ਮਾੜੀ ਜੀ ਗੱਲ ਹੋਊਗੀ ਮਿੱਧ ਕੇ ਰੱਖ ਦੂੰ ਖਾਲਿਸਤਾਨ ਜਿਹੜਾ ਕਹੂਗਾ। ਆ ਜੈਜ਼ੀ ਬੀ ਹੁਣ ਆਇਆ ਸੀ ਕੱਲ੍ਹ, ਕਹਿ ਕੇ ਜਾਂਦਾ ਸਟੇਜ ਤੇ ਮੈਂ ਖਾਲਿਸਤਾਨ ਦੀ ਮੰਗ ਰੰਗਦਾ। ਜੇ ਹਿੰਮਤ ਸੀਗੀ ਕਿਉਂ ਨਹੀਂ ਬੋਲ ਕੇ ਗਿਆ? ਕੈਨੇਡਾ 'ਚ ਤਾਂ ਇਹ ਬੋਲਦਾ ਸੀ ਨਾ ਵੀ ਮੈਂ ਖਾਲਿਸਤਾਨ ਦੀ, ਜਦ ਹੁਣ ਆਹ ਸਟੇਜ ਤੇ ਕਹਿੰਦਾ ਆ ਕੇ ਵੀ ਮੈਂ ਖਾਲਿਸਤਾਨ ਬਣਾਉਣਾ ਜੀ। ਤੁਸੀਂ ਇਹ ਤਾਂ ਮੰਨਦੇ ਹੋ ਵੀ ਸਟੇਟ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ? ਉਹ ਯਾਰ ਸਟੇਟ ਨੂੰ ਵੱਧ ਅਧਿਕਾਰ, ਮੈਂ ਕਹਿੰਦਾ ਸਾਰਾ ਕੁਝ ਹੀ ਹੋਣਾ ਚਾਹੀਦਾ, ਪਰ ਗੱਲ ਆਪਾਂ ਆਪਣੇ ਦੇਸ਼ 'ਚ ਰਹਿ ਕੇ ਦੂਜੇ ਦੇਸ਼ ਦੀ ਗੱਲ ਬਣਾਉਣ ਦੀ ਗੱਲ ਕਿਵੇਂ ਕਰ ਲਾਂਗੇ? ਪਹਿਲੀ ਅਸੀਂ ਆਪਣੇ ਹਿੰਦੁਸਤਾਨ ਖਾਤਰ ਆ, ਸਾਡਾ ਸਾਰਿਆਂ ਦੇ ਪੁੱਤ ਉੱਤੇ ਚਾਈਨਾ ਤੇ ਰੋਜ਼ ਖੜੇ ਆ, ਪਾਕਿਸਤਾਨ ਤੇ ਰੋਜ਼ ਸ਼ਹੀਦ ਹੋ ਕੇ ਆਉਂਦੇ ਆ, ਉਹਨਾਂ ਦੇ ਪੁੱਤ ਉਹਨਾਂ ਦੇ ਬਾਪ ਤਾਂ ਇੱਥੇ ਬੈਠੇ ਆ ਵੀ ਨਹੀਂ ਕੋਈ ਗੱਲ ਨਹੀਂ, ਸਾਡਾ ਪੁੱਤ ਸ਼ਹੀਦ ਹੋ ਗਿਆ ਪਰ ਅਸੀਂ ਉਰੇ ਬੈਠੇ ਆ ਆਪਣੇ ਅਧਿਕਾਰਾਂ ਲਈ। ਇਸ ਕਰਕੇ ਖਾਲਿਸਤਾਨ ਤਾਂ ਸ਼ਬਦ, ਇੱਕ ਖਾਲਿਸ ਹੋਣਾ, ਇੱਕ ਖਾਲਸਾ ਹੋਣਾ ਉਹ ਅਲੱਗ ਗੱਲ ਆ, ਇੱਕ ਅਲੱਗ ਦੇਸ਼ ਮੰਗਣਾ
ਉਹ ਇੱਕ ਕਿੱਧਰ ਦੀ ਗੱਲ ਆ ਯਾਰ। ਇੱਕ ਸੁਣ ਲਓ, ਕਿਤੇ ਇਹ ਤਾਂ ਨਹੀਂ ਵੀ ਲਾਈਮਲਾਈਟ ਚ ਆਉਣ ਲਈ ਫਿਰ ਦੁਬਾਰਾ ਖਾਲਿਸਤਾਨ ਪੁਰਾਣੇ ਗਾਣੇ ਚੱਕੇ ਜਾਂਦੇ ਆ, ਦਿਲਜੀਤ ਦੋਸਾਂਝ ਕਿਤੇ ਜੈਜੀ ਵੀ। ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲ ਤੋਂ ਦੂਰ ਰਹਿਣਾ ਚਾਹੀਦਾ ਕਿ ਲੀਡਰਾਂ ਨੂੰ ਵੀ ਲਾਈਮਲਾਈਟ ਵਾਲਾ ਚੱਕਰ ਪੈ ਗਿਆ, ਵਿਊਆਂ ਵਾਲਾ ਚੱਕਰ ਆ, ਇਹ ਸਾਰਾ ਚੱਕਰ ਵੀ ਮੰਨਿਆ ਜਾਂਦਾ ਅੱਜ ਕੱਲ੍ਹ? ਨਹੀਂ ਮੈਂ ਤਾਂ ਗਾਲਾਂ ਹੀ ਕੱਢਦੇ ਆ ਮੈਨੂੰ ਤਾਂ ਸਾਰੇ। ਉਦੋਂ ਬਾਅਦ ਮੈਂ ਤਾਂ ਇਕੱਲਾ ਹੀ ਆ ਜਿਹੜਾ ਬੋਲਦਾ, ਕੋਈ ਮੇਰੇ ਨਾਲ ਕੋਈ ਸਾਥ ਵੀ ਨਹੀਂ ਦਿੰਦਾ, ਡਰਦਾ ਵੀ ਇਹ ਤਾਂ ਮਾਰ ਦਿੰਦੇ ਆ ਜੀ ਬਾਅਦ ਚ ਗੋਲੀ। ਅਸੀਂ ਤਾਂ ਆਪਣੇ ਦਾਦੇ ਦੇ ਚੀਥੜੇ ਉਡਾਏ ਆ ਭਾਈ। ਮੇਰਾ ਫਾਦਰ ਤਾਂ 12 ਸਾਲ ਦੇ ਡੈਥ ਹੋ ਗਈ ਸੀ, ਮੈਂ ਤਾਂ ਆਪਣੇ ਦਾਦੇ ਨਾਲ ਪੈਂਦਾ ਰਿਹਾ। ਉਹਨੇ ਪੰਜਾਬ 'ਚ ਅਮਨ ਸ਼ਾਂਤੀ ਲਿਆਂਦੀ ਸੀ, ਕੀ ਪਾਪ ਕਰਤਾ ਸੀ? ਜੇ ਅੱਜ ਤੁਸੀਂ ਬੱਚੇ ਸੁਖੀ ਵੱਸਦੇ ਹੋ, ਤੁਹਾਨੂੰ ਤਾਂ ਪਤਾ ਵੀ ਨਹੀਂ ਉਹ ਹਾਲਾਤਾਂ 'ਚ ਵੀ ਰਾਤ ਨੂੰ ਕਿਵੇਂ 47 ਨਾਲ ਮਾਰ ਜਾਂਦੇ ਸੀ, ਕਿਵੇਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟ ਜਾਂਦੇ ਸੀ ਘਰਾਂ 'ਚ ਆ ਕੇ। ਉਹ ਹਾਲਾਤ ਪੁੱਛੋ ਜਿਨ੍ਹਾਂ ਨੇ ਝੱਲੇ ਆ। 147 ਲਾ ਕੇ ਬਾਪ ਤੇ ਮਾਂ ਉੱਥੇ ਖੜੇ ਹੁੰਦੀ, ਉਹਦੀ ਧੀ ਦੀ ਇੱਜ਼ਤ ਲੁੱਟਦੇ ਸੀ। ਬਿੱਟੂ ਜੀ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਉਦੋਂ ਬੇਦੋਸ਼ੇ ਵੀ ਬਹੁਤ ਮਾਰੇ ਗਏ, ਇਹ ਚੀਜ਼ ਵੀ ਆ। ਬੇਦੋਸ਼ੀਆਂ ਵਾਲੀ ਗੱਲ ਕਰਨ ਵਾਲੇ ਹੋਰ ਹੋਣਗੇ, ਮੈਂ ਬੇਦੋਸ਼ੀਆਂ ਵਾਲੀ ਗੱਲ ਦੇ ਵਿੱਚ ਮੈਨੂੰ ਕਿਉਂ ਇਨਵੋਲਵ ਕਰਦੇ ਹੋ? ਮੈਂ ਕਦ ਕਹਿਣਾ ਬੇਦੋਸ਼ੇ ਮਾਰੇ ਆ? ਪਰ ਤੁਸੀਂ ਇੱਕ ਗੱਲ ਨੂੰ, ਟੈਰਰਿਸਟ ਨੂੰ, ਇੱਕ ਜਿਹੜਾ AK-47 ਚੱਕ ਕੇ ਪਾਕਿਸਤਾਨ ਵਰਗੇ ਦੇਸ਼ ਜਿਹੜਾ ਉਹ ਉੱਥੋਂ ਭੇਜਦਾ ਸੀ ਅਸਲਾ ਤੇ ਪੰਜਾਬੀਆਂ ਨੂੰ ਮਰਵਾਉਂਦਾ ਸੀ ਆਪਸ ਵਿੱਚ, ਤੁਸੀਂ ਜਸਟੀਫਾਈ ਕਰ ਦੋਗੇ ਇਹ ਗੱਲ? ਮੈਨੂੰ ਦੱਸ ਦਿਓ, ਤੁਸੀਂ ਹਾਂ ਦੇ ਨਾਲ ਜਵਾਬ ਦੇ ਦਿਓ ਵੀ AK-47 ਨਾਲ ਲਿਆ ਕੇ ਉੱਥੋਂ ਪਾਕਿਸਤਾਨੋਂ ਤੇ ਅਸੀਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਸੀ। ਭਿੰਡਰਾਂ ਵਾਲੇ ਦੀ ਗੱਲ ਨਾ ਕਰੋ, ਉਹ ਇੱਕ ਅਲੱਗ ਇੱਕ ਰਹਿ ਗਿਆ ਸੀ, ਜਿਹੜਾ ਅਲੱਗ ਇੱਕ ਦੌਰ ਸੀ ਉਹਨਾਂ ਦਾ, ਸ਼ਾਂਤੀਮਈ ਸੀ। ਉਹ ਕਿਸੇ ਨੂੰ ਮਾਰਨ ਨੂੰ ਨਹੀਂ ਕਹਿੰਦੇ ਸੀ। ਜਿਹੜੇ ਹੋਰ ਸ਼ਹੀਦਾਂ ਦੇ ਪਰਿਵਾਰ ਉਹਨਾਂ ਬਾਰੇ ਕੀ ਕਹਿਣਾ? ਜਿਹੜੇ ਬੇਦੋਸ਼ ਅੱਜ ਤੱਕ ਮੁੰਡਿਆਂ ਦਾ ਪਤਾ ਹੀ ਨਹੀਂ ਲੱਗਿਆ, ਖਾਲੜਾ ਜੀ ਦਾ ਨਹੀਂ ਪਤਾ ਲੱਗਾ, ਲਵਾਰੀ ਲਾਸ਼ਾਂ ਲੱਭਦੇ ਮਰ ਗਏ, ਉਹਨਾਂ ਦਾ ਆਪ ਉਹ ਗੁੰਮਸ਼ੁਦਾ ਹੋ ਗਏ। ਉਹਨਾਂ ਦੇ ਕੋਰਟ ਆਪਣੇ ਕਚਹਿਰੀਆਂ ਕੋਰਟ ਹੈਗੀਆਂ, ਉਹ ਕਰਨਗੀਆਂ ਆਪਣੇ ਆਏ। ਜਿਹੜੇ ਅਫਸਰਾਂ ਨੇ ਗਲਤ ਕੰਮ ਕੀਤਾ ਉਹ ਵੀ ਜੇਲ੍ਹਾਂ 'ਚ ਨੇ ਅੱਜ। ਤੁਸੀਂ ਹਰ ਚੀਜ਼ ਨੂੰ ਇੱਕ ਇਹੀ ਤਾਂ ਗੱਲ ਆ ਨਾ, ਇਕੱਠਾ ਕਰ ਦਿੰਦੇ ਆਪਾਂ ਇਹ ਨਹੀਂ ਦੇਖਦੇ ਉਸ ਵੇਲੇ ਵੀ ਕਿੰਨੇ 30,000 ਲੋਕ ਮਰੇ। 30,000 ਲੋਕ। ਪੁਲਿਸ ਵਾਲੇ ਵੀ ਕੌਣ ਸੀ? ਉਹ ਵੀ ਪੰਜਾਬੀ ਸੀ, ਸਰਦਾਰ ਸੀ। ਇਹ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਹਿੰਦੂਆਂ ਨਾਲੋਂ ਵੱਧ ਸਿੱਖ ਮਰੇ ਨੇ। ਜਿਹੜੇ ਐਨਕਾਊਂਟਰਸ ਵੀ ਹੋਏ ਨੇ। ਯਾਰ ਮੈਂ ਕਹਿੰਦਾ ਫੇਕ ਐਨਕਾਊਂਟਰ ਵੀ ਹੋਏ ਆ, ਮੈਂ ਮੰਨ ਗਿਆ। ਕੋਈ ਅਫਸਰ SHO ਕੋਈ ਆਪਣਾ ਵਿੱਚੋਂ ਬਦਲਾ ਲੈਣ ਨੂੰ ਲੱਗ ਗਿਆ, ਉਹਦਾ ਵੀ ਆਪਾਂ ਇਲਾਜ ਕਰ ਲਿਆ, ਉਹਨੂੰ ਵੀ ਜਿਹੜੀ ਸਰਕਾਰ ਨੇ ਸਜ਼ਾ ਦੇਤੀਆਂ ਜਾਂ ਅੱਜ ਜੇਲ੍ਹ 'ਚ ਬੈਠੇ ਨੇ। ਗੱਲ ਇਹ ਦੇਖੋ ਵੀ ਕਿੱਡੀ ਵੱਡੀ ਲੜਾਈ ਸੀ ਉੱਥੋਂ। ਤੁਹਾਨੂੰ ਬੇਟਾ ਪਤਾ ਨਹੀਂ, ਰਾਤ ਨੂੰ ਇਸ ਵੇਲੇ 40 ਤੋਂ 50 ਮੋਟਰਸਾਈਕਲ AK-47 ਵਾਲੇ 2-2 ਬੰਦੇ ਐਂ ਫਿਰਦੇ ਸੀਗੇ ਪਿੰਡਾਂ ਦੇ ਵਿੱਚ, ਤੁਸੀਂ ਸੋਚ ਹੀ ਨਹੀਂ ਸਕਦੇ ਸੀ। ਕੋਈ ਆਪਣਾ ਵਿਆਹ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਸੀ, ਕੋਈ ਆਪਣੀ ਮਰਜ਼ੀ ਨਾਲ ਕੱਪੜੇ ਨਹੀਂ ਪਾ ਸਕਦਾ ਸੀ, ਵੀ ਪਾਊਗਾ ਤਾਂ ਕੇਸਰੀ ਆਪਣੀ ਚੁੰਨੀ, ਕਾਲੀ ਸਲਵਾਰ, ਚਿੱਟਾ ਸੂਟ। ਮਰਜ਼ੀ ਨਾਲ ਫੇਕ ਐਨਕਾਊਂਟਰ ਹੋ ਜਾਂਦੇ ਸੀ, ਮਰਜ਼ੀ ਨਾਲ। ਯਾਰ ਤੁਸੀਂ ਜਿਹੜੀ ਮੈਂ ਗੱਲ ਕਰਦਾ ਉਹਦਾ ਦਵਾ, ਤੁਸੀਂ ਆਪਣਾ ਜੇ ਪੁੱਛਣਾ ਚਾਹੁੰਦੇ ਹੋ ਜਿਹੜਾ ਤੁਹਾਡਾ ਨਰੇਟਿਵ ਆ, ਮੈਂ ਉਸ ਦੀ ਗੱਲ ਹੀ ਨਹੀਂ ਕਰਦਾ। ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਇਹ ਤੁਸੀਂ ਦੱਸੋ ਵੀ ਇਹ ਕਿੱਥੇ ਦੀ ਗੱਲ ਆ ਵੀ ਇੱਕ ਸਟੇਟ 'ਚ ਜ਼ਬਰਦਸਤੀ ਤੁਸੀਂ ਕੱਪੜੇ ਪਵਾਓਗੇ, ਜ਼ਬਰਦਸਤੀ ਤੁਸੀਂ ਡਿਸਾਈਡ ਕਰੋਗੇ ਵੀ ਵਿਆਹ 'ਚ ਕਿੰਨੇ ਬੰਦੇ ਜਾਣਗੇ। ਜੇ ਵਿਆਹ 'ਚ 5 ਬੰਦੇ ਦੀ ਅਗਲਾ 6 ਚਲੇ ਜਾਂਦਾ ਸੀ, ਉਹਨੂੰ ਟੋਬਿਆਂ 'ਚ ਡਬੋ ਦਿੰਦੇ ਸੀ, ਉਹਨਾਂ ਦੇ ਮੂੰਹ ਕਾਲੇ ਕਰ ਦਿੰਦੇ ਸੀ। ਜੇ ਕਿਸੇ ਬੇਟੀ ਨੇ ਆਪਣੇ ਕੋਈ ਵਾਲ ਬਣਾ ਲਏ, ਗੁੱਤ ਦੀ ਥਾਂ ਪਤਾ ਨਹੀਂ ਕੀ ਕਰਵਾਉਂਦੇ ਸੀ, ਜੂੜਾ ਕਰਾਉਂਦੇ ਸੀ, ਕਰ ਲਏ, ਉਹ ਕਿਹੜੀ ਦੁਨੀਆ 'ਚ ਆਪਾਂ ਫਿਰ ਤਾਲੇਬਾਨ ਹੀ ਸੀ ਨਾ ਆਪਾਂ। ਤੁਹਾਨੂੰ ਹੁਣ ਵੀ ਲੱਗਦਾ ਵੀ MP ਵੀ ਕਈ ਤਾਲੀਬਾਨ ਦਾ ਰੋਲ ਪਲੇ ਕਰ ਰਹੇ ਆ? ਇੱਕ ਸਾਡੀ ਪੱਤਰਕਾਰ ਭੈਣ ਆ, ਉਹਦੇ ਨਾਲ ਵੀ ਕੱਲ ਪਰਸੋਂ ਧੱਕਾ ਹੋਇਆਗਾ। ਉਹ ਤਾਂ ਚਲੋ ਉਹ ਹੁਣ ਆਪਾਂ ਗੱਲ ਨਹੀਂ ਕਰਨੀ, ਕਿਉਂਕਿ ਇਹ ਸੰਘਰਸ਼ ਵੱਡਾ ਹੈ। ਉਹਨੇ ਕੀ ਕੀਤਾ ਪਹਿਲਾਂ ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਕੁਝ ਦਿਨਾਂ ਦੇ ਵਿੱਚ ਸਾਰੀ ਗੱਲ। ਹੁਣ ਤੁਹਾਡੇ ਨਾਲ ਕੋਈ ਗੱਲ ਪੈ ਗਿਆ ਆਇਆਂ ਦੇ, ਤੁਸੀਂ ਮੈਨੂੰ ਪੁੱਛ ਲਓ ਜਿੰਨੇ ਮਰਜ਼ੀ ਕੁਐਸਚਨ, ਮੈਂ ਤੁਹਾਡਾ ਮਾਈਕ ਫੜ ਲੂੰਗਾ। ਜੇ ਕੁਛ ਐਸੀ ਗੱਲ ਹੋਈ ਹੋਵੇ ਘਟਨਾ, ਕਿਉਂਕਿ ਮਾਈਕ ਤੁਹਾਡੇ ਹੱਥ ਆ ਤੇ ਕੈਮਰਾ ਤੁਹਾਡੇ ਹੱਥ ਆ, ਤੁਸੀਂ ਮਰਜ਼ੀ ਦਿਖਾਈ ਜਾਓ। ਇਹ ਗੱਲ ਨਹੀਂ ਹੋਣੀ ਚਾਹੀਦੀ। ਉਹਨੂੰ ਉੱਥੇ ਸਟੇਜ 'ਤੇ ਚੜ੍ਹਾ ਲਿਆ, ਜੇ ਉਹਨਾਂ ਦੀ ਕੋਈ ਮਾੜੀ ਕਰਦਾ ਅਸੀਂ ਇੱਥੇ ਸਨਮਾਨਿਤ ਕਰੀ ਜਾਈਏ। ਇਹੋ ਜਿਹੀ ਗੱਲਾਂ ਆਪਾਂ ਕਿਉਂ ਕਰਨ ਲੱਗੇ ਹੋਏ ਆ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਆਪਸ ਵਿੱਚ ਲੜਾਈ ਲੜ ਰਹੇ ਹਾਂ ਤੇ ਆਪਾਂ ਕਮਜ਼ੋਰ ਹੋ ਕੇ ਦਿਖਾ ਰਹੇ ਹਾਂ ਆਪਣੇ ਆਪ ਨੂੰ। ਆਪਾਂ ਤਾਂ ਇਸ ਵੇਲੇ ਥੱਲੇ ਕਮੈਂਟ ਮੈਂ ਦੇਖਿਆ, ਆ ਹੁਣ ਤੁਹਾਡੇ ਹੀ ਪਾਉਣਗੇ, ਬੁੱਚੜ ਦਾ ਪੁੱਤਾ ਜੀ, ਦੂਜਾ ਜੀ, ਤੀਜਾ। ਉਹ ਇਸ ਵੇਲੇ ਲੜਾਈ ਕਿਸਾਨਾਂ ਦੀ, ਉਹ ਲੜ ਲਓ। ਮੇਰੀ ਇਲੈਕਸ਼ਨ 4 ਸਾਲ ਬਾਅਦ ਆ ਜਾਓ, ਜਿਹਨੇ ਮੈਨੂੰ ਹਰਾਉਣ ਆਉਣਾ ਹੋਊਗਾ, ਲਾ ਲਿਓ ਉਦੋਂ ਜ਼ੋਰ ਜਿਹਨੇ ਲਾਉਣਾ ਹੋਊਗਾ। 3 ਵਾਰ ਲੜ ਚੁੱਕੇ ਆ, ਉਸ ਵੇਲੇ ਆ ਜਾਇਆ ਕਰੋ। ਆ ਕਮੈਂਟ ਜਿਹਾ ਨਾਲ ਕੀ ਫਰਕ ਪੈਂਦਾ? ਇਹ ਪਰ RSS ਵਾਲੇ ਸਾਰੇ ਕਮੈਂਟ ਪੜ੍ਹਦੇ ਆ, ਉਹ ਸਵਾਦ ਲੈਂਦੇ ਆ ਵੀ ਲੜ ਰਹੇ ਆ ਸਿੱਖ ਆਪਸ ਵਿੱਚ, ਲੜ ਰਹੇ ਆ ਪੰਜਾਬੀ ਆਪਸ ਵਿੱਚ, ਲੜਨ ਦਿਓ, ਮਰਨ ਦਿਓ। ਇਹ ਤਾਂ ਉਰੇ ਆ ਕੇ ਨਹੀਂ ਹਟਦੇ, ਉਰੇ ਆ ਕੇ ਆਪਣਾ ਜਲੂਸ ਕੱਢਣ ਲੱਗੇ ਹੋਏ ਨੇ। ਆਪਾਂ ਕਿਉਂ ਕੱਢਣਾ ਉਹ ਜਲੂਸ? ਕਿਉਂ ਇੱਕ ਦੂਜੇ ਨੂੰ ਦਿਖਾਉਣਾ ਵੀ ਇਹ ਧਰਨਾ ਜਿਹੜਾ ਬੈਠੇ ਆ ਇਹ ਫਰਾਡ ਨੇ, ਇਹ ਡਰਾਮਾ ਹੈ? ਅਸਲੀ ਧਰਨਾ ਕਿਸਾਨਾਂ ਦਾ ਹੈ, ਅਸਲੀ ਟੀਕਰੀ ਆ, ਅਸਲੀ ਜਿਹੜਾ ਗਾਜੀਪੁਰ ਆ। ਇਹ ਆਪਾਂ ਕਿਹੜੇ ਚੱਕਰ 'ਚ ਪੈ ਗਏ? ਆਪਾਂ ਕਹੋ ਸਾਰੇ ਅਸੀਂ ਪੰਜਾਬੀ ਆ, ਕਿਸਾਨ ਆ, ਕਿਸਾਨਾਂ ਦੀ ਲੜਾਈ ਆ, ਉਹ ਅਸੀਂ ਬਿੱਲ ਵਾਪਸ ਕਰਾਉਣੇ। ਆਪਾਂ ਤਾਂ ਹੁਣ ਵਿਹਲੇ ਹੋ ਗਏ, ਕਿਉਂਕਿ ਇੰਨੇ ਦਿਨ ਹੋ ਗਏ
ਉਹੀ ਚੀਜ਼ ਕਿੰਨਾ ਦਿਨ ਦਿਖਾਈਏ, ਲੱਡੂ ਬਣਦੇ ਆ, ਡਿੰਬਲ ਚੱਲਦੇ ਆ, ਗਾਉਣ ਵਾਲਾ ਆ ਗਿਆ, ਕਿੰਨੇ ਕਾਜਣ, ਹੁਣ ਆਹ ਚੀਜ਼ਾਂ ਦਿਖਾਉਣ ਲੱਗ ਜਾਂਗੇ ਆਪਾਂ। ਉਹ ਤਾਂ ਉਡੀਕਦੇ ਆ ਵੀ ਹੁਣ ਇਹ ਰਹਿ ਤਾਂ ਸਕਦੇ ਨਹੀਂ, ਕਿੰਨੇ ਆ ਕੈਮਰਿਆਂ ਵਾਲੇ ਫਿਰਦੇ ਆ। ਹੁਣ ਕੋਈ ਨਾ ਕੋਈ ਕਿਸੇ ਨਾ ਕਿਸੇ ਦੀਆਂ ਇੰਨੇ ਦਿਨਾਂ 'ਚ ਕਿਸੇ ਨਾਲ ਮਾੜੀ ਜੀ ਕਿਸੇ ਦੀ ਦੋਸਤੀ ਪੈ ਜਾਂਦੀ ਆ, ਕੋਈ ਕਿਸੇ ਨਾਲ ਮਾੜਾ ਬਿਹੇਵ ਕਰ ਦਿੰਦਾ, ਉਹ ਉਹਦੀਆਂ ਖੁੰਗਰੀਆਂ ਕੱਢਣ ਲੱਗ ਜਾਂਦਾ। ਹਜੇ ਲੰਬਾ ਟਾਈਮ ਆ, ਬੜਾ ਸੰਭਲ ਕੇ ਇਹ ਦੇਖ ਰਹੇ ਆ, ਕਿਉਂਕਿ ਇਹ ਸਰਕਾਰਾਂ ਬਹੁਤ ਲੰਬਾ ਟਾਈਮ ਕੱਢ ਸਕਦੀਆਂ ਹੁੰਦੀਆਂ, ਤੇ ਆਪਾਂ ਇਸ ਗੱਲ ਤੋਂ ਬਚਣਾ ਹੈ। ਖਾਸ ਤੌਰ ਤੇ ਜਿਹੜਾ ਆਪਾਂ ਪੰਜਾਬੀ ਆ, ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਵੇਂ ਵੀ ਆਇਆ ਹੋਵੇ, ਉਹਨੂੰ ਆਪਾਂ ਨਾਲ ਲੈ ਕੇ, ਜੱਫੀ 'ਚ ਲੈ ਕੇ ਉਹਨੂੰ ਚੱਲਣਾ। ਬਸ ਗੱਲ ਇਹ ਆ ਵੀ ਜੋ ਕਰ ਰਿਹਾ ਭਾਈ ਤੂੰ ਚੰਗਾ ਕਰ ਰਿਹਾ। ਕਿਸਾਨ ਲੀਡਰ ਬਹੁਤ ਵੱਡੀ ਜਿਹੜੀ ਉਹ ਗੱਲ ਮੈਂ ਸੱਚ ਰਹਿ ਗਿਆ ਵਿੱਚ, ਇੱਕ ਐਸੇ ਬਿੱਲ ਆ ਗਏ ਤੇ ਜਿਹੜਾ ਕਿ ਐਡਾ ਲੋਕਾਂ ਦਾ ਆਪ ਦਾ, ਇਹ ਕਿਤੇ ਤੁਸੀਂ ਕਹਿੰਦੇ ਹੋ ਵੀ ਕਿਸਾਨ ਯੂਨੀਅਨ ਦੇ ਲੀਡਰਾਂ ਕਰਕੇ ਆਏ ਹੋਏ ਨੇ ਲੋਕ, ਇਹ ਤਾਂ ਆਪਣੀ ਜ਼ਮੀਨ, ਆਪਣੀ ਫਸਲ ਬਚਾਉਣ ਨੂੰ ਲੋਕ ਆਏ ਹੋਏ ਨੇ ਸਾਰੇ, ਹਰ ਕਿਸਮ ਦਾ ਲੋਕ ਆ। ਕਿਸਾਨ ਯੂਨੀਅਨ ਅਲੱਗ ਇੱਕ ਲੀਡਰ ਨੇ, ਉਹ ਤਾਂ ਚਲੋ 50-50 ਸਾਲ ਦੇ ਲੱਗੇ ਹੋਏ ਆ, ਪਰ ਕਦੇ ਅੱਜ ਨੌਜਵਾਨ ਪੁੱਛ ਲਿਓ ਉੱਥੇ ਬੈਠੇ ਆ, ਕਿਸੇ ਨੂੰ ਪੁੱਛ ਲਿਓ ਵੀ ਤੁਸੀਂ ਕਿੰਨੇ ਕਿਸਾਨ ਯੂਨੀਅਨ ਲੀਡਰ ਦੇ ਅੱਜ ਤੋਂ ਪਹਿਲਾਂ ਨਾਂ ਜਾਣਦੇ ਸੀ, ਕਿਹੜੇ ਕਿਸਾਨ ਯੂਨੀਅਨ ਦੇ ਤੁਸੀਂ ਧਰਨਿਆਂ 'ਚ ਜਾਂਦੇ ਸੀ, ਪੁੱਛਿਓ ਤਾਂ ਜਰਾ ਕਿੰਨੇ ਇਕੱਠ ਹੁੰਦੇ ਸੀ ਅੱਜ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਧਰਨਿਆਂ ਤੋਂ, ਬਿੱਲਾਂ ਤੋਂ ਬਾਅਦ ਪਹਿਲਾਂ ਹੁੰਦੇ ਸੀ ਕਦੇ? ਇਸ ਕਰਕੇ ਇਹ ਸਾਰਾ ਕੁਛ ਹੀ ਨਵਾਂ ਹੈ, ਨਵਾਂ ਮੌਕਾ ਹੈ ਕਿਸਾਨ ਯੂਨੀਅਨ ਲੀਡਰਾਂ ਨੂੰ ਵੀ। ਇਹ ਬਹੁਤ ਵੱਡੀ ਮੌਕਾ ਮਿਲਿਆ ਵੀ ਐਡੀ ਵੱਡੀ ਸਟੇਜ 'ਤੇ ਸਾਡੇ ਇੰਨੇ ਨੌਜਵਾਨ, ਇੰਨੇ ਲੋਕ ਸਾਨੂੰ ਮੂਹਰੇ ਸਾਡੀ ਗੱਲ ਸੁਣ ਰਹੇ ਆ। ਇਹ ਸਭ ਦੀ ਨਵੀਂ ਚੀਜ਼ ਹੈ, ਪਰ ਇਹਨੂੰ ਸਾਂਭਣਾ ਪਊਗਾ। ਅਸੀਂ ਲੋਕ ਤਾਂ ਹਮੇਸ਼ਾ ਹੀ ਹਜ਼ਾਰਾਂ ਲੱਖਾਂ ਲੋਕ ਨੂੰ ਜਿਹੜੇ ਆ ਉਹ ਸਾਨੂੰ ਵੋਟਾਂ ਵੀ ਪੈਂਦੀਆਂ, ਅਸੀਂ ਉਹਨਾਂ ਨੂੰ ਸੰਬੋਧਨ ਵੀ ਕਰਦੇ ਨੇ, ਸਾਡੇ ਲਈ ਕੋਈ ਨਵੀਂ ਗੱਲ ਨਹੀਂ ਗੀ। ਇਸ ਕਰਕੇ ਸਾਨੂੰ ਤਾਂ ਸਭ ਪਤਾ ਹੈ ਵੀ ਕਿਵੇਂ ਇਹਨੇ ਅੱਗੇ ਚੱਲਣਾ, ਕਿਵੇਂ ਨਹੀਂ ਚੱਲਣਾ, ਕੋਈ ਐਕਸਪੀਰੀਅੰਸ ਆ ਸਭ ਪਾਰਟੀਆਂ ਨੂੰ। ਤੇ ਇਸ ਕਰਕੇ ਪਰ ਗੱਲ ਸਭ ਤੋਂ ਇਸ ਵੇਲੇ ਪਾਰਟੀਆਂ ਦੀ ਵੀ ਪਿੱਛੇ ਆ, ਕਾਂਗਰਸ ਦੀ ਵੀ ਪਿੱਛੇ ਆ, ਅਕਾਲੀ ਦਲ ਦੀ ਪਿੱਛੇ ਆ। ਇਸ ਵੇਲੇ ਤਾਂ ਗੱਲ ਪੰਜਾਬ ਦੀ ਆ, ਕਿਵੇਂ ਬਚਾ ਕੇ ਲੋਕਾਂ ਨੂੰ ਉਰਿਓਂ ਲੈ ਕੇ ਜਾਣਾ ਤੇ ਪ੍ਰੈਸ਼ਰ ਵੀ ਬਣਾਉਣਾ। ਇਹ ਲੋਕਾਂ ਤੋਂ ਪਹਿਲਾਂ ਅਸੀਂ ਗੋਲੀ ਖਾਣੀ ਆ। ਲੀਡਰ ਉਹ ਆ, ਲੋਕਾਂ ਨੂੰ ਮਰਾਉਣ ਵਾਲਾ ਨਹੀਂ ਗਾ। ਅਸੀਂ ਤਾਂ ਆਪ ਇਸ ਸਿਧਾਂਤ 'ਤੇ ਚੱਲਣ ਵਾਲੇ ਆ ਵੀ ਪਹਿਲਾਂ ਜੇ ਹਿੱਕ 'ਚ ਗੋਲੀ ਵੱਜੂ ਤਾਂ ਕਮਾਂਡਰ ਦੇ, ਲੀਡਰ ਦੇ ਵੱਜੂਗੀ, ਲੋਕਾਂ ਨੂੰ ਅਸੀਂ ਮੂਹਰੇ ਨਹੀਂ ਕਰਨਾ। ਤੇ ਜਿੱਦਣ ਇਹ ਭੀੜ ਇਹਨਾਂ 'ਤੇ ਪਊਗੀ ਤਾਂ ਅਸੀਂ ਮੂਹਰੇ ਖੜੇ ਹੋਵਾਂਗੇ ਸਭ ਤੋਂ ਉੱਥੇ ਵੀ ਆ ਕੇ, ਉਦੋਂ ਪਹਿਲਾਂ ਨਹੀਂ। ਜੇ ਕੋਈ ਸਰਕਾਰ ਐਸੀ ਗੱਲ ਕਰੀ, ਇਹ ਸਰਦਾਰ ਬੇਅੰਤ ਸਿੰਘ ਦਾ ਖੂਨ ਆ, ਤੇ ਅਸੀਂ ਸਾਰੇ ਉੱਥੇ ਮੂਹਰੇ ਖੜੇ ਹੋਵਾਂਗੇ ਆ ਕੇ ਆਪਣੀ ਜਾਨ ਦੇਣ ਲਈ। ਪਰ ਪ੍ਰਮਾਤਮਾ ਉਹ ਦਿਨ ਲਿਆਵੇ ਨਾ, ਜਿਵੇਂ ਤੁਸੀਂ ਕਿਹਾ ਪ੍ਰਾਈਮ ਮਿਨਿਸਟਰ ਦੀ ਕੋਠੀ ਮੂਹਰੇ ਵੀ ਉਹ ਵੀ ਜਾਵਾਂਗੇ। ਇਹ ਨਾ ਕਹਿਣ ਕੱਲ੍ਹ ਨੂੰ ਸਿੱਧਾ ਆ ਗਏ। ਆ ਪੁਲਿਸ ਤੁਹਾਨੂੰ ਪਤਾ ਹੀ ਆ ਕਿਵੇਂ ਆ ਜਿਪਸੀਆਂ ਨਾਕਾਬੰਦੀ ਇਹਨਾਂ ਨੇ ਕੀਤੀ ਆ। ਕੱਲ੍ਹ ਅਸੀਂ ਰਕਾਬਗੰਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਗਏ ਉਰੇ, ਕਿਉਂਕਿ ਹੁਣ ਕਿਸਾਨ ਡੇ ਕੱਲ੍ਹ ਕਾਹਦਾ ਕਿਸਾਨ ਡੇ ਸੀ? ਕਿਸਾਨ ਡੇ ਤਾਂ ਹੁਣ ਫਾਰਮਰ ਡੇ ਦਾ, ਜਿੱਦਣ ਨਵੀਂ ਤਰੀਕ ਲਿਖੀ ਜਾਊਗੀ, ਜਿੱਦਣ ਤਿੰਨੋਂ ਬਿੱਲ ਵਾਪਸ ਹੋਣਗੇ, ਉਦਣ ਇਤਿਹਾਸ 'ਚ ਦੁਬਾਰਾ ਫਾਰਮਰਸ ਡੇ, ਕਿਸਾਨ ਦਿਵਸ ਮਨਾਇਆ ਜਾਊਗਾ। ਤੇ ਅਸੀਂ ਸਾਰੇ ਹੀ ਆਹ ਸਟੇਜ 'ਤੇ ਤਾਂ ਨਹੀਂ, ਜਦੋਂ ਜਿੱਤ ਹੋਊਗੀ ਅਸੀਂ ਸਾਰੇ ਹੀ ਇਹ ਕਿਸਾਨ ਲੀਡਰਾਂ ਨੂੰ ਸਮਰਪਿਤ ਹੋਵਾਂਗੇ, ਪੈਰੀਂ ਹੱਥ ਲਾ ਕੇ ਇਹਨਾਂ ਦਾ ਆਸ਼ੀਰਵਾਦ ਵੀ ਲਵਾਂਗੇ, ਇਹਨਾਂ ਨੂੰ ਧੰਨਵਾਦ ਵੀ ਕਰਾਂਗੇ। ਭਾਈ ਇਹ ਤੁਹਾਡੀ ਜਿੱਤ ਆ, ਤੁਸੀਂ ਇਹ ਲੜਾਈ ਲੜੀ ਆ, ਅਸੀਂ ਤਾਂ ਤੁਹਾਡੇ ਬੱਚੇ ਆ। ਜੀ ਬਿੱਟੂ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਬਿਲਕੁਲ ਬਿਲਕੁਲ ਧੰਨਵਾਦ। ਕਦੇ ਵੀ ਮੈਂ ਇੱਕ ਗੱਲ ਸੁਣ ਲਓ, ਅਸੀਂ ਤਾਂ ਮੁੱਖ ਮੰਤਰੀ, ਚੀਫ ਮਿਨਿਸਟਰ ਗਵਾਇਆ ਇਹ ਰਹਿ ਕੇ, ਸਾਨੂੰ ਕਿਸੇ ਨਾਲ ਕੀ ਵੈਦ ਵਿਰੋਧ ਹੋਊਗਾ? ਮੈਨੂੰ ਇਹ ਦੱਸੋ। ਕੀ ਚੀਫ ਮਿਨਿਸਟਰ ਵੀ ਰਹਿ ਕੇ ਦੇਖ ਲਿਆ, ਮਿਨਿਸਟਰੀਆਂ ਵੀ ਦੇਖ ਲੀਆਂ, ਤੀਜੀ ਵਾਰ ਮੈਂ MP ਬਣ ਗਿਆ। ਮੈਂ ਕੀ ਇੰਨੀ ਉਮਰ ਛੋਟੀ 'ਚ ਕੀ ਮੈਨੂੰ ਲਾਲਚ ਹੋ ਗਏ? ਦੱਸੋ ਮੈਨੂੰ ਕੀ ਹੋਰ ਚਾਹੀਦਾ ਏ? ਪਰਮਾਤਮਾ ਨੇ ਇੰਨਾ ਕੁਛ ਦਿੱਤਾ ਏ, ਇੰਨੀ ਛੋਟੀ ਉਮਰ 'ਚ 3 ਵਾਰ MP ਲਗਾਤਾਰ, ਅਨੰਦਪੁਰ ਸਾਹਿਬ, ਉਹ ਪਵਿੱਤਰ ਧਰਤੀ ਤੋਂ, ਲੁਧਿਆਣੇ ਤੋਂ। ਕੀ ਹੋਰ ਸਿਆਸਤ, ਕਿਹੜੀ ਸਿਆਸਤ ਕਰਕੇ ਕੀ ਹਾਸਲ ਕੀ ਕਰਨਾ ਹੈ? ਇਸ ਕਰਕੇ ਕੋਈ ਸਿਆਸਤ ਨਹੀਂ, ਸਿਰਫ ਆਪਣੇ ਆਪ ਨੂੰ ਵੀ ਭਾਈ ਜੇ ਇਹ ਕਿਸਾਨ ਬੈਠਾ ਏ ਤੇ ਅਸੀਂ ਫੈਸਲਾ ਕੀਤਾ ਵੀ ਅਸੀਂ ਕਾਹਦੇ ਲਈ ਫਿਰ ਕਮਰਿਆਂ 'ਚ ਪਈਏ। ਸਾਡੀ ਘਰ ਵਾਲੀਆਂ, ਸਾਡੀਆਂ ਮਾਵਾਂ ਨੇ ਕਿਹਾ ਵੀ ਨਿਕਲ ਕੇ ਬਾਹਰ ਜੱਪ ਪਾਓ, ਤੁਸੀਂ, ਤੁਹਾਨੂੰ ਵੀ ਲੱਗੇ ਪਤਾ ਇਹ ਲੋਕ ਤੁਹਾਡੇ ਪਿੱਛੇ, ਤੁਸੀਂ ਇੱਕ ਹੁਕਮ ਤੇ ਤੁਹਾਡੇ ਲਈ ਇਹ ਮਰਨ ਜੋਣ ਤੇ ਕਰਦੇ ਹੋ, ਤੇ ਤੁਸੀਂ ਇਸ ਵੇਲੇ ਕੀ ਕਰਦੇ ਹੋ ਬੈਠੇ? ਇਹ ਗੱਲ ਮੈਂ ਤੁਹਾਨੂੰ ਦਿਲੋਂ ਕਹਿ ਲੈਣਾ। ਕਸਮਾਂ ਖਾਣ ਵਾਲੇ ਤਾਂ ਬਹੁਤ ਇਹ ਲੋਕ ਝੂਠੇ ਹੀ ਹੁੰਦੇ ਆ ਜਿਹੜੇ ਵਾਲੀਆਂ ਕਸਮਾਂ ਖਾਂਦੇ ਆ, ਪਰ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਆ ਕੇ ਕਹਿਣਾ, ਰੱਬ ਨੂੰ ਮੰਨਣ ਵਾਲਾ, ਨਾ ਮੈਂ ਕਦੇ ਮੀਟ ਆਂਡੇ ਨੂੰ ਹੱਥ ਲਾਇਆ, ਨਾ ਮੈਂ ਕਦੇ ਸ਼ਰਾਬ ਪੀਤੀ ਆ। ਤੇ ਮੈਂ ਇੱਕ ਸੱਚਾ ਸਿੱਖਾਂ। ਜੇ ਕੋਈ ਬਾਲ ਦਾੜੀ ਦੀ ਗੱਲ ਕਰੇ ਉਹ ਅਲੱਗ ਚੀਜ਼ ਆ, ਪਰ ਮੈਂ ਕਦੇ ਵੀ ਗੁਰੂ ਮਹਾਰਾਜ ਨੂੰ ਮੰਨਣ ਵਾਲਾ ਹੈ। ਸਾਡੇ ਵੀ ਬੱਚੇ, ਅਸੀਂ ਵੀ ਡਰਦੇ ਹਾਂ ਉਸ ਪਰਮਾਤਮਾ ਤੋਂ। ਕਦੇ ਇਸ ਮਨ 'ਚ ਕੋਈ ਵੀ ਡਰਾਮਾ, ਕੋਈ ਵੀ ਐਸੀ
ਕਦੇ ਨੇੜੇ ਤੇੜੇ ਸੋਚ ਨਹੀਂ ਰੱਖੀ। ਧੰਨਵਾਦ। ਸੋ ਦੋਸਤੋ, ਇਹ ਸੀ MP ਰਵਨੀਤ ਸਿੰਘ ਬਿੱਟੂ ਗਰਾਊਂਡ ਜ਼ੀਰੋ ਜੰਤਰ ਮੰਤਰ ਤੋਂ। ਅੱਗੇ ਵੀ ਅਸੀਂ ਇੱਥੇ ਹੋਰ ਵੀ ਜੋ MLA ਸਾਹਿਬਾਨ ਨੇ ਜਾਂ MP ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਰਹਾਂਗੇ। ਤੁਹਾਡੇ ਜੋ ਆਮ ਸਵਾਲ ਨੇ, ਲੋਕਾਂ ਦੀਆਂ ਗੱਲਾਂ, ਉਹ ਪੁੱਛਦੇ ਰਹਾਂਗੇ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।